नर क्या पुराण सुन कीना है, नर क्या पुराण सुन कीना है, नर क्या पुराण सुन कीना है, नर क्या पुराण सुन कीना। अनपावनी भगत नहीं उपजी, अनपावनी भगत नहीं उपजी, अनपावनी भगत नहीं उपजी, भूखे दान न दीना, भूखे दान न दीना, ते नर क्या पुराण सुन कीना, ते नर क्या पुराण सुन कीना। अनपावनी भगत नहीं उपजी, अनपावनी भगत नहीं उपजी, भूखे दान न दीना, भूखे दान न दीना, है नर क्या पुराण सुन कीना, है नर क्या पुराण सुन कीना। काम न बिसरियो, क्रोध न बिसरियो, लोभ न छूट्यो देवा, काम न बिसरियो, क्रोध न बिसरियो, लोभ न छूट्यो देवा, पर निंदा मुख ते नहीं छूटी, पर निंदा मुख ते
छूटी, निफल पई सब सेवा, निफल पई सब सेवा। भूखे दान न दीना, तैं नर क्या पुराण सुनतीना, तैं नर क्या पुराण सुनतीना। अन्न पावन भगत नहीं उपजी, अन्न पावनी भगत नहीं उपजी। भूखे दान न दीना, भूखे दान न दीना। तैं नर क्या पुराण सुनतीना, तैं नर क्या पुराण सुनतीना। बाट पार कर मूस बिरानो, पेट पर अपराधी। बाट पार कर मूस बिरानो, पेट पर अपराधी। जहाँ पर लोग जाए अपकीरत, जहाँ पर लोग जाए अपकीरत, सोई अविद्या साधी, सोई अविद्या साधी। भूखे दान न दीना, भूखे दान न दीना। तैं नर क्या पुराण सुनतीना, तैं नर क्या पुराण। अन्न पावनी भगत नहीं उपजी, अन्न पावनी भगत नहीं उपजी। भूखे दान न दीना, भूखे दान न दीना। तैं नर क्या पुराण सुनतीना, तैं नर क्या पुराण सुनतीना। हिंसा तो मन ते नहीं छूटी, जी दया नहीं पाली।
ਸਾਤ ਮਨ ਤੇ ਜੀ ਦਇਆ ਨਹੀਂ ਪਾਲੀ ਪਰਮਾਨੰਦ ਸਾਧ ਸੰਗਤ ਬਿਲ ਪਰਮਾਨੰਦ ਸਾਧ ਸੰਗਤ ਮਿਲ ਕਥਾ ਪੁਨੀਤ ਨ ਚਾਲੀ ਕਥਾ ਪੁਨੀਤ ਨ ਚਾਲੀ ਭੂਖੇ ਦਾਨ ਨ ਦੀਨਾ ਦਾਨ ਨ ਦੀਨਾ ਤੈ ਨਰ ਕਿਆ ਪੁਰਾਨ ਸੁਨ ਕੀਨਾ ਤੈ ਨਰ ਕਿਆ ਪੁਰਾਨ ਸੁਨ ਕੀਨਾ ਅਨੁਭਵਨੀ ਭਗਤ ਨਹੀਂ ਅਨੁਭਵਨੀ ਭਗਤ ਨਹੀਂ ਉਪਜੀ ਭੂਖੇ ਦਾਨ ਨ ਦੀਨਾ ਭੂਖੇ ਦਾਨ ਨ ਦੀਨਾ ਤੈ ਨਰ ਕਿਆ ਪੁਰਾਨ ਸੁਨ ਕੀਨਾ ਤੈ ਨਰ ਕਿਆ ਤੈ ਨਰ ਕਿਆ ਤੈ ਨਰ ਕਿਆ ਪੁਰਾਨ ਸੁਨ ਕੀਨਾ ਅਨੁਭਵਨੀ ਭਗਤ ਨਹੀਂ ਉਪਜੀ ਭੂਖੇ ਦਾਨ ਨ ਦੀਨਾ ਰਹਾਉ। ਪਿਆਰੀ ਸਾਧ ਸੰਗਤ ਜੀ, ਜੋ ਸ਼ਬਦ ਅਸੀਂ ਸਭ ਨੇ ਗਾਇਆ ਹੈ, ਇਸ ਦਾ ਸਿਰਲੇਖ ਹੈ ਸਾਰੰਗ ਰਾਗ ਵਿੱਚ ਪਰਮਾਨੰਦ ਜੀ ਦਾ ਇਹ ਸ਼ਬਦ ਹੈ। ਇੱਥੇ ਸਾਰੰਗ ਰਾਗ ਵਿੱਚ ਪਰਮਾਨੰਦ ਜੀ ਦੇ ਨਾਲ ਸੂਰਦਾਸ ਜੀ ਦੀ ਇੱਕ ਪੰਕਤੀ ਹੈ, ਫਿਰ ਸੂਰਦਾਸ ਜੀ ਦਾ ਇੱਕ ਸ਼ਬਦ ਹੈ। ਜੇ ਅਸੀਂ ਆਪਣੇ ਸ਼ਬਦ ਨੂੰ ਵਿਚਾਰ ਸਕੀਏ ਤਾਂ ਸਾਨੂੰ ਅੱਗੇ ਜਿਹੜੇ ਸੂਰਦਾਸ ਜੀ ਦੀ ਇੱਕ ਪੰਕਤੀ ਹੈ ਨਾਲ ਇੱਕ ਸ਼ਬਦ ਹੈ, ਉਹ ਸਾਨੂੰ ਹੋਰ ਸਮਝਣ ਵਾਸਤੇ ਹੈਲਪ ਕਰ ਸਕਦਾ ਹੈ। ਇਹ ਬਾਣੀ ਦੀ ਬਣਤਰ ਦੇ ਵਿਚਕਾਰ ਸਾਨੂੰ ਫਾਇਦਾ ਹੁੰਦਾ। ਜਿਹੜਾ ਅਸੀਂ ਸ਼ਬਦ ਪੜ੍ਹਿਆ ਹੈ, ਤੈ ਨਰ ਕਿਆ ਪੁਰਾਨ ਸੁਨ ਕੀਨਾ, ਇਹ ਗੁਰੂ ਗ੍ਰੰਥ ਸਾਹਿਬ ਦੇ 1253 ਅੰਕ 'ਤੇ ਸੁਸ਼ੋਭਿਤ ਹੈ, 1253 'ਤੇ। ਇਹ ਇਸ ਦੀ ਬਣਤਰ ਹੈ ਸਾਰੰਗ ਰਾਗ ਵਿੱਚ। ਅਸੀਂ ਸਭ ਜਾਣਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਤਨੀ ਬਾਣੀ ਦਰਜ ਕੀਤੀ ਗਈ ਹੈ, ਮਨੁੱਖ ਦਾ ਜੀਵਨ ਉੱਚਿਆਂ ਕਰਨ ਵਾਸਤੇ ਕੀਤੀ ਗਈ ਹੈ। ਔਰ ਅਸੀਂ ਸਭ ਜਿਉਂ-ਜਿਉਂ ਬਾਣੀ ਵਿਚਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਹਜ਼ਾਰਾਂ ਸਾਲਾਂ ਤੋਂ ਪ੍ਰਚਲਿਤ ਪ੍ਰੈਕਟਿਸ ਸੀ ਕਿ ਕਿਹੜੇ ਢੰਗ ਨਾਲ ਬੈਠੋ, ਕਿਸ ਤਰ੍ਹਾਂ ਚੌਕੜਾ ਮਾਰੋ, ਕਿਸ ਤਰ੍ਹਾਂ ਮੈਡੀਟੇਟ ਕਰੋ, ਕਿਸ ਤਰ੍ਹਾਂ ਕੋਈ ਚੀਜ਼ਾਂ ਨੂੰ ਤਿਆਗੋ, ਕਿਸ ਤਰ੍ਹਾਂ ਖਾਣ ਪੀਣ ਦੀਆਂ ਚੀਜ਼ਾਂ ਔਰ ਦੁਨਿਆਵੀ ਪਦਾਰਥਾਂ ਦੀ ਰਿਨਾਊਂਸਿੰਗ ਕਰੋ। ਰਿਨਾਊਂਸਿੰਗ ਮੀਨਸ ਉਹਨਾਂ ਨੂੰ ਛੱਡ ਕੇ ਜੰਗਲ ਵਿੱਚ ਚਲੇ ਜਾਓ। ਕਿਸ ਤਰ੍ਹਾਂ ਇਹ ਸਭ ਕੁਝ ਕਰੋ ਔਰ ਕਰਕੇ ਕਿਹੜੇ ਗੁਣਾਂ ਦੇ ਨਾਲ ਰੱਬ ਜੀ ਦੀ ਕਿਸ ਤਰੀਕੇ ਦੇ ਨਾਲ ਭਗਤੀ ਕਰੋ। ਇਸ ਤਰ੍ਹਾਂ ਤੁਸੀਂ ਹਜ਼ਾਰਾਂ ਸਾਲਾਂ ਦੀ ਪ੍ਰੈਕਟਿਸ ਨੂੰ ਸੁਣਿਆ ਹੋਇਆ, ਜਾਣਦੇ ਹੋ। ਗੁਰਬਾਣੀ ਦਾ ਇੱਕ ਵਿਲੱਖਣ ਢੰਗ ਵਰਤਿਆ ਗਿਆ। ਅੱਜ ਇੱਥੇ 350 ਸਾਲਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ। ਮਕਸਦ ਉਹੀ ਸੀ
ਜੋ ਕਉ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਨੇ ਜਾਨੀ ਵਾਲੀ। ਪਿਓਰਿਟੀ ਮਨੁੱਖ ਨੂੰ ਦੇਣੀ ਹੈ, ਖਾਲਸ ਬਣਾਉਣਾ ਹੈ। ਔਰ ਜੋ ਮਨੁੱਖ ਖਾਲਸ ਹੋ ਜਾਂਦਾ ਹੈ, ਪਿਓਰ ਹੋ ਜਾਂਦਾ ਹੈ, ਉਹ ਮਨੁੱਖ ਦਾ ਪਿਓਰ ਹੋਣ ਦਾ ਮਤਲਬ ਹੈ ਕਿ ਉਹ ਮਨੁੱਖ ਦਾ ਸੁਭਾਅ ਬਦਲ ਜਾਂਦਾ ਹੈ, ਉਸ ਦੀਆਂ ਹੈਬਿਟਸ ਚੇਂਜ ਹੋ ਜਾਂਦੀਆਂ ਨੇ, ਉਸ ਦੀ ਬਾਡੀ ਲੈਂਗੁਏਜ ਚੇਂਜ ਹੋ ਜਾਂਦੀ ਹੈ, ਸਬਜੈਕਟ ਟੂ ਉਸ ਮਨੁੱਖ ਦਾ ਸੋਚਣੀ ਦਾ ਢੰਗ, ਸਬਜੈਕਟ ਟੂ ਉਸ ਮਨੁੱਖ ਦਾ ਮਨ ਕਿਸ ਤਰ੍ਹਾਂ ਸੋਚਦਾ ਹੈ, ਉਸ ਦੇ ਮਨ ਨੇ ਕਿਹੜਾ ਕਰਮ, ਕਿਹੜਾ ਫਲਸਫਾ ਅਪਣਾਇਆ ਹੋਇਆ ਹੈ। ਇਸ ਕਰਕੇ ਇਸ ਨੂੰ ਪੁੱਛਿਆ ਵੀ ਜਾਂਦਾ ਹੈ, ਇਹ ਸਰੀਰਾ ਮੇਰਾ ਇਸ ਜਗ ਮੈਂ ਆਇ ਕੈ ਕਿਆ ਤੁਧ ਕਰਮ ਕਮਾਇਆ। ਕਿਹੜਾ ਕਰਮ ਕਮਾਇਆ? ਕਰਮ ਮਤਲਬ ਡੀਡਸ ਨਹੀਂ, ਕਰਮ ਮਤਲਬ ਤੂੰ ਕਿਹੜਾ ਫਲਸਫਾ ਕਮਾਇਆ ਹੈ, ਇਹ ਪੁੱਛਿਆ ਜਾਂਦਾ ਮਨ ਨੂੰ। ਸੋ ਉਹ ਕਰਮ ਕਮਾਉਣ ਵਾਸਤੇ ਸਾਨੂੰ 10 ਗੁਰੂ ਪਾਤਸ਼ਾਹ ਜੀ ਦੀ ਲਗਾਤਾਰ ਜਿਹੜੀ ਮੁਹਿੰਮ ਚੱਲਦੀ ਰਹੀ, ਉਹਨਾਂ ਨੇ ਸਾਨੂੰ ਇੱਕ ਅਕਾਲ ਪੁਰਖ ਨਾਲ ਜੋੜਿਆ। ਜਦੋਂ ਸਾਡੀ ਇੱਕ ਅਕਾਲ ਪੁਰਖ 'ਤੇ ਟੇਕ ਹੁੰਦੀ ਹੈ ਤਾਂ ਉਸ ਦਾ ਮਤਲਬ ਹੈ ਅਸੀਂ ਇੱਧਰ ਉੱਧਰ ਕੁਛ ਨਹੀਂ ਦੇਖਦੇ ਹਾਂ, ਔਰ ਇੱਕ ਅਕਾਲ ਪੁਰਖ ਨਾਲ ਮੇਰੇ ਮਨ ਨੂੰ ਅਲਾਈਨ ਕਰਦੇ ਹਾਂ। ਮੇਰਾ ਮਨ ਉਸ ਇੱਕ ਅਕਾਲ ਪੁਰਖ, ਇੱਕ ਰੱਬ, ਇੱਕ ਵਾਹਿਗੁਰੂ, ਇੱਕ ਅੱਲਾ, ਇੱਕ ਰਾਮ ਦੇ ਗੁਣਾਂ ਦੇ ਅਨੁਸਾਰ ਜੀਣ ਲੱਗ ਪੈਂਦਾ ਹੈ, ਤਾਂ ਉਹਦੀ ਅਵਗੁਣਾਂ ਦੀ ਮੈਲ ਦੂਰ ਹੋ ਜਾਂਦੀ ਹੈ। ਜੋ ਅਸੀਂ ਰੋਜ਼ ਸਵੇਰੇ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ, ਕਿਉਂ ਸਚਿਆਰਾਂ ਹੋਈ ਹੈ, ਕਿਉਂ ਕੂੜੈ ਟੁੱਟੈ ਪਾਲ। ਉਹ ਕੂੜ ਮਤਲਬ ਮੈਲ, ਹਨੇਰਾ ਮੁੱਕ ਜਾਂਦਾ ਹੈ, ਮਨ ਸੰਤੋਖੀ ਹੋ ਜਾਂਦਾ ਹੈ ਔਰ ਮੈਲ ਵਾਲੀ ਤ੍ਰਿਸ਼ਨਾ ਤੋਂ ਛੁੱਟ ਜਾਂਦਾ ਹੈ। ਜਿਤਨੇ ਅਵਗੁਣ ਨੇ ਸਾਰੀ ਮੈਲ ਨੇ, ਸਾਰੇ ਅੰਧੇਰਾ ਧੁੰਦ ਨੇ, ਸਾਰੇ ਹੀ ਮੈਨੂੰ ਤ੍ਰਿਸ਼ਨਾ ਵਿੱਚ ਪਾਉਂਦੇ ਨੇ। ਹਰ ਅਵਗੁਣ ਕਰਨਾ, ਅਵਗੁਣ ਕਰ ਸਕਣਾ, ਅਵਗੁਣ ਦੇ ਬਾਰੇ ਸੋਚ ਵੀ ਆ ਜਾਣਾ, ਮਾਨੋ ਮੈਂ ਹੁਣੇ ਪਿਓਰ ਨਹੀਂ ਹਾਂ। ਦੁਨੀਆ ਸਮਝਦੀ ਹੈ ਜਦੋਂ ਕੋਈ ਅਵਗੁਣ ਕਰਦਾ ਹੈ ਤਾਂ ਲੋਕੀ ਉਹਨੂੰ ਕਹਿੰਦੇ ਨੇ ਤੁਹਾਡੇ ਤੋਂ ਉਮੀਦ ਨਹੀਂ ਸੀ, ਤੁਸੀਂ ਇਹ ਵਾਲਾ ਅਵਗੁਣ ਕਿਉਂ ਕੀਤਾ। ਇਹਦਾ ਮਤਲਬ ਉਸ ਮਨੁੱਖ ਦੇ ਮਨ ਨੇ ਸਹੀ ਮੈਨੇ ਗੁਣ ਅਪਣਾਇਆ ਨਹੀਂ ਸੀ। ਨੌਲੇਜ ਹੋਣਾ ਹੋਰ ਗੱਲ ਹੈ। ਨੌਲੇਜ ਮੀਨਸ ਜਸਟ ਨਥਿੰਗ। ਅੱਜ ਦੇ ਸ਼ਬਦ ਵਿੱਚ ਕਹਿੰਦੇ ਨੇ ਤੈਨਰ ਕਿਆ ਪੁਰਾਨ ਸੁਣ ਕੀ ਨਾ, ਅਨ ਪਾਵਨੀ ਭਗਤ ਨਹੀਂ ਉਪਜੀ, ਭੁੱਖੇ ਦਾਨ ਨਾ ਦੀਨਾ। ਤੂੰ ਪੁਰਾਨ ਸੁਣਨ ਦਾ ਮਤਲਬ ਕਿਸੇ ਧਰਮ ਦੇ ਗ੍ਰੰਥ ਦੀ ਗੱਲ ਨਹੀਂ ਚੱਲ ਰਹੀ ਹੈ। ਜਦੋਂ ਵੀ ਬਾਣੀ ਜੈਸੇ ਲਫ਼ਜ਼ ਆਉਂਦੇ ਨੇ ਉਹ ਸਾਨੂੰ ਸਾਰਿਆਂ ਨੂੰ ਆਪਣੇ 'ਤੇ ਟੁਕਾਣੇ ਹੁੰਦੇ ਨੇ। ਤੂੰ ਆਪਣਾ ਕੋਈ ਵੀ ਧਰਮ ਗ੍ਰੰਥ ਸੁਣਿਆ, ਪੜ੍ਹਿਆ, ਜ਼ੁਬਾਨੀ ਯਾਦ ਕੀਤਾ, ਉਹਦਾ ਰਟਨ ਵੀ ਕੀਤਾ, ਪਰ ਫਾਇਦਾ ਹੋਇਆ ਕੀ? ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਨਾ ਸੁਣੀ ਹੈ, ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਸੋ ਇੱਥੇ ਮਤਲਬ ਕੀ ਨਿਕਲਿਆ, ਤੂੰ ਧਰਮ ਦਾ ਜੋ ਵੀ ਪਾਠ ਪੜ੍ਹਦਾ ਹੈ, ਸੁਣਦਾ ਹੈ, ਜੇ ਤੈਨੂੰ ਸਹਿਜ ਨਹੀਂ ਆਇਆ, ਤੈਨੂੰ ਇਨਸਾਨੀਅਤ ਦਾ ਸੁਭਾਅ ਹੀ ਜੀਣਾ ਨਹੀਂ ਆਇਆ ਔਰ ਤੂੰ ਅਨਸਟੇਬਲ ਹੋ ਜਾਂਦਾ ਹੈ, ਤੂੰ ਥਿਰ ਨਹੀਂ ਰਹਿੰਦਾ ਹੈ। ਥਿਰ ਨਹੀਂ ਰਹਿੰਦਾ ਹੈ ਮੀਨਸ ਪਿਓਰ ਨਹੀਂ ਹੈ, ਖਾਲਸ ਨਹੀਂ ਹੋਇਆ। ਜੇਕਰ ਅਸੀਂ ਇਹ ਕਹੀਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਹੁਕਮ ਸੀ ਸਾਰਿਆਂ ਜਿਨ੍ਹਾਂ ਨੇ ਖੰਡੇ ਕੀ ਪੌਲ ਛਕੀ ਉਹਨਾਂ ਸਾਰਿਆਂ ਨੂੰ, ਤਾਂ ਉਹ ਹੁਕਮ ਅਕੋਰਡਿੰਗ ਟੂ ਗੁਰੂ ਗ੍ਰੰਥ ਸਾਹਿਬ ਵੀ ਸੀ। ਵੀ ਆਲ ਆਰ ਚਿਲਡਰਨ ਆਫ ਗੋਡ। ਗੁਰੂ ਗ੍ਰੰਥ ਸਾਹਿਬ ਵਿੱਚ ਇਹਨੂੰ ਕਹਿੰਦੇ ਨੇ ਏਕ ਪਿਤਾ ਏਕਸ ਕੇ ਹਮ ਬਾਲਕ। ਵੀ ਆਲ ਆਰ ਚਿਲਡਰਨ ਆਫ ਗੋਡ। ਪਰ ਜੇ ਕਿਸੇ ਨੂੰ मैं ਇਹ प्रैक्टिस करा कि वी ऑल आर चिल्ड्रन ऑफ गॉड, हम सब भगवान जी के बच्चे हैं, तो फिर मेरे वास्ते हिंदू, मुसलमान, सिख, ईसाई, जैनी, बोधी, अमीर, गरीब, गोरा, काला, इस्त्री, मर्द, जिस मर्जी जेंडर का होवे, जिहड़े मर्जी स्टेटस का होवे, वो सारे मेरे वास्ते रब जी के बंदे हैं, क्योंकि असीं सारे रब जी के बच्चे हाँ। ਜੇ ਮੈਂ ਕਿਸੇ ਨੂੰ ਰੱਬ ਜੀ ਦਾ ਬੱਚਾ ਨਹੀਂ ਮੰਨਦਾ ਤਾਂ ਮੈਂ ਉਹਦਾ ਨੁਕਸ ਕੱਢਾਂਗਾ। ਜੇ ਮੈਂ ਕਿਸੇ ਨੂੰ ਰੱਬ ਜੀ ਦਾ ਬੱਚਾ ਨਹੀਂ ਮੰਨਦਾ ਤਾਂ ਮੈਂ ਉਹਦੀ ਨਿੰਦਾ ਕਰਾਂਗਾ। ਜੇ ਮੈਂ ਕਿਸੇ ਨੂੰ ਰੱਬ ਜੀ ਦਾ ਬੱਚਾ ਮਤਲਬ ਆਪਣਾ ਭਰਾ ਨਹੀਂ ਸਮਝਦਾ
ਤਾਂ ਮੈਂ ਉਸ ਦੀ ਲੈਗ ਪੁਲਿੰਗ ਕਰਾਂਗਾ, ਉਹਦਾ ਨਾਂ ਹੀ ਜਿਉਂ ਆਏਗਾ ਮੈਂ ਅਪਸੈਟ ਹੋ ਜਾਵਾਂਗਾ। ਉਹ ਨਾਂ ਲੈਣ ਨਾਲ ਮੈਂ ਅਪਸੈਟ ਹੋ ਜਾਂਦੇ, ਉਹ ਸਾਹਮਣੇ ਆ ਜਾਏ ਤਾਂ ਤੇ ਮੇਰੀ ਤਿਉੜੀ ਹੋਰ ਚੜ੍ਹ ਜਾਂਦੀ ਹੈ। ਤਿਉੜੀ ਇਹਨੂੰ ਨਹੀਂ ਕਹਿੰਦੇ ਨੇ, ਤਿਉੜੀ ਮਨ ਦੀ ਚੜ੍ਹਦੀ ਹੈ। ਮਨ ਦੀ ਜਦੋਂ ਤਿਉੜੀ ਚੜ੍ਹ ਜਾਂਦੀ ਹੈ ਉਹਨੂੰ ਕਹਿੰਦੇ ਨੇ ਤ੍ਰਿਕੁਟੀ ਸੁਲਝੀ ਨਹੀਂ। ਮਨ ਦੀ ਤ੍ਰਿਕੁਟੀ ਉਲਝ ਗਈ ਤਾਂ ਫਿਰ ਮੱਥਾ ਕੁੱਟਿਆ ਜਾਂਦਾ ਹੈ, ਭਾਵਾਂ ਕੱਸੀਆਂ ਜਾਂਦੀਆਂ ਨੇ, ਅੱਖਾਂ ਦੇ ਅੰਦਰ ਨਫ਼ਰਤ ਦਾ ਪ੍ਰਭਾਵ ਆ ਜਾਂਦਾ ਹੈ, ਡਿਸਕ੍ਰਿਮੀਨੇਸ਼ਨ ਆ ਜਾਂਦੀ ਹੈ, ਵਿਤਕਰਾ ਆ ਜਾਂਦਾ ਹੈ। ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪੁਰਬ ਮਨਾ ਰਹੇ ਹਾਂ, 350 ਸਾਲਾ ਮਨਾ ਰਹੇ ਹਾਂ। ਜੇਕਰ ਕਿਸੇ ਮਨੁੱਖ ਨੂੰ ਦੇਖ ਕੇ ਮੈਨੂੰ ਉਹਦਾ ਅਵਗੁਣ ਯਾਦ ਆਉਂਦਾ ਹੈ ਤਾਂ ਮੈਂ ਪਿਓਰ ਖਾਲਸਾ ਹੁਣੇ ਨਹੀਂ ਬਣਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮੈਨੂੰ ਪਿਓਰ ਖਾਲਸਾ ਬਣਾਉਣਾ ਚਾਹੁੰਦੇ ਨੇ, ਪਰ ਮੈਨੂੰ ਅਵਗੁਣ ਇਹ ਵੀ ਨਜ਼ਰ ਆਉਂਦਾ ਹੈ ਕਿ ਇਹ ਮੇਰੀ ਜ਼ਾਤ ਦਾ ਨਹੀਂ ਹੈ। ਫਿਰ ਮੈਨੂੰ ਇਹ ਵੀ ਅਵਗੁਣ ਨਜ਼ਰ ਆਉਂਦਾ ਹੈ, ਮੈਂ ਅਨਸਟੇਬਲ ਕਿਸ ਤਰ੍ਹਾਂ ਹੁੰਦਾ ਕਿ ਮੈਨੂੰ ਊਂਚ ਔਰ ਨੀਚ ਜ਼ਾਤ ਵਾਲੇ ਲੱਗਦੇ ਨੇ। ਕਦੀ ਤਾਂ ਮੈਂ ਆਪਣੇ ਇੱਕ ਸੁਪੀਰੀਅਰਿਟੀ ਕੰਪਲੈਕਸ ਵਿੱਚ ਹੋ ਕੇ ਆਪਣੇ ਆਪ ਨੂੰ ਉੱਚੀ ਜ਼ਾਤ ਦਾ ਸਮਝਦਾ ਔਰ ਦੂਜਿਆਂ ਨੂੰ ਨੀਵੀਂ ਜ਼ਾਤ ਦਾ ਸਮਝਦਾ, ਔਰ ਕਈ ਦਫਾ ਮੈਂ ਆਪਣੇ ਆਪ ਨੂੰ ਨੀਵੀਂ ਜ਼ਾਤ ਦਾ ਸਮਝਦਾ, ਦੂਜਿਆਂ ਨੂੰ ਉੱਚੀ ਜ਼ਾਤ ਦਾ ਸਮਝਦਾ, ਤਾਂ ਮੈਂ ਹੀਨ ਭਾਵਨਾ 'ਚ ਆ ਜਾਂਦਾ, ਇਨਫੀਰੀਟੀ ਕੰਪਲੈਕਸ ਵਿੱਚ, ਅਤੇ ਮੈਂ ਅਨਸਟੇਬਲ ਹੋ ਜਾਂਦਾ ਹਾਂ। ਇੱਕ ਵਾਰੀ ਅਸੀਂ ਇੱਕ ਵਿਅੰਗ ਸਮਝਿਆ ਸੀ ਕਿ ਇੱਕ ਇਨਸਾਨ ਆਪਣੇ ਘਰੋਂ ਬਾਹਰ ਨਿਕਲਦਾ ਹੈ ਔਰ ਕੇਲੇ ਦੇ ਛਿਲਕੇ ਤੋਂ ਫਿਸਲ ਜਾਂਦਾ ਹੈ, ਉਹਦਾ ਗੋਡਾ ਟੁੱਟ ਜਾਂਦਾ ਹੈ, 3-4 ਮਹੀਨੇ ਪਲਸਤਰ ਚੜਿਆ ਰਹਿੰਦਾ ਹੈ। ਜਦੋਂ ਪਲਸਤਰ ਉਤਰਦਾ ਹੈ, ਉਹਦਾ ਟੁਰਨ ਯੋਗ ਹੋ ਜਾਂਦਾ ਹੈ, ਉਹ ਆਪਣੇ ਘਰੋਂ ਬਾਹਰ ਨਿਕਲਦਾ ਹੈ ਔਰ ਉਹ ਟੁਰਦਾ ਹੈ। ਜਿਉਂ ਹੀ ਉਹ ਟੁਰ ਕੇ ਬਾਹਰ ਨਿਕਲਦਾ ਹੈ, ਸਾਹਮਣੇ ਦੇਖਦਾ 2 ਕੇਲੇ ਦੇ ਛਿਲਕੇ ਪਏ ਹਨ, ਔਰ ਉਹ ਆਪਣੇ ਮੱਥੇ 'ਤੇ ਹੱਥ ਮਾਰ ਕੇ ਕਹਿੰਦਾ ਹੈ ਅੱਜ 2 ਵਾਰੀ ਫਿਸਲਣਾ ਪਏਗਾ। मीन्स कोई केले का छिलका फेंकेगा और मैनू फिसलना पेगा। मतलब की निकलिया, किसे अंदर कोई अवगुण है, ਉਹਦੇ ਕਾਰਨ मैं अपनी स्टेबिलिटी छोड़ दियाँ। कोई मैनू गोरा मिलेगा, कोई काला मिलेगा, कोई मैनू अमीर मिलेगा, कोई गरीब मिलेगा। इस तरह तो बड़े रंगी रंगी भांति दे जी जंत मैनू मिलणगे, मनुख मिलणगे। मैनू सीखना मैं इन्हां सारियां दे विचकार किवें रह सकदा। पर होंदा की है, भरम पै जाता है। भरम पैण सार सुखिए को पेखै सब सुखिया, रोगी कै पाणै सब रोगी। सुखिए को पेखै सब सुखिया, रोगी कै पाणै सब रोगी। करन करावन हाय स्वामी, आपन हाथ संजोगी। आपन हाथ संजोगी। मन मेरे जिन अपना परम गवाता। मन मेरे जिन अपना परम गवाता। तिसकै पाणै कोई ना भूला, तिसकै पाणै कोई ना भूला। जिन सगलो ब्रह्म पछाता, जिन सगलो ब्रह्म पछाता। मन मेरे जिन अपना परम गवाता। मन मेरे जिन अपना परम
ਗਵਾਤਾ। ਇਹਦਾ ਮਤਲਬ ਜੇ ਮੈਨੂੰ ਭਰਮ ਹੈ ਤਾਂ ਮੈਂ ਕਿਸੇ ਨੂੰ ਦੇਖ ਕੇ ਵਿਤਕਰਾ ਕਰਾਂਗਾ ਔਰ ਆਪ ਡਿਸਟਰਬ ਹੋ ਜਾਵਾਂਗਾ। ਜੇ ਮੈਨੂੰ ਭਰਮ ਨਹੀਂ ਹੈ ਤਾਂ ਮੈਂ ਪਿਓਰ ਹਾਂ, ਮੈਂ ਖਾਲਸ ਹਾਂ। 10 ਗੁਰੂ ਸਾਹਿਬਾਨ ਸਾਨੂੰ ਖਾਲਸ ਬਣਾਉਣਾ ਚਾਹੁੰਦੇ ਨੇ, ਔਰ ਜੇ ਮੈਂ ਖਾਲਸ ਨਹੀਂ ਹਾਂ ਤਾਂ ਮੈਂ ਅਪਸੈਟ ਰਹਾਂਗਾ। ਮੇਰਾ ਅਪਸੈਟ ਪੁਣਾ ਨੂੰ ਸੈੱਟ ਕਰਨ ਵਾਸਤੇ ਕਹਿੰਦੇ ਨੇ ਥਿਰ ਕਰ ਬੈਸੋ ਹਰ ਜਨ ਪਿਆਰੇ। ਤੂੰ ਥਿਰ ਕਰਕੇ ਬਹਿਣਾ ਚਾਹੁੰਦਾ, ਤੂੰ ਟਿਕਣਾ ਚਾਹੁੰਦਾ, ਚੌਂਕਣਾ ਮਾਰਨ ਨਾਲ ਨਹੀਂ ਟਿਕੀਦਾ, ਅੱਖਾਂ ਬੰਦ ਕਰਨ ਨਾਲ ਨਹੀਂ ਟਿਕੀਦਾ, ਇੱਥੋਂ ਮੌਨ ਵਰਤ ਰਹਿਣ ਨਾਲ ਮਨ ਚੁੱਪ ਨਹੀਂ ਕਰਦਾ, ਇੱਥੋਂ ਕੁਝ ਖਾਈਏ ਨਾ ਮਨ ਦੀ ਭੁੱਖ ਨਹੀਂ ਮਿਟਦੀ। ਜੇ ਮਨ ਦੀ ਭੁੱਖ ਨਹੀਂ ਨਾ ਮਿਟਦੀ, ਜੇ ਮਨ ਚੁੱਪ ਨਹੀਂ ਨਾ ਕਰਦਾ, ਯੂ ਆਰ ਨਾਟ ਪਿਓਰ। ਬਾਹਰੋਂ ਤੂੰ ਜੋ ਮਰਜ਼ੀ ਕਰੀ ਜਾ, ਜਿਤਨੇ ਮਰਜ਼ੀ ਕਰਮ ਕਾਂਡ ਪਾਖੰਡ ਕਰੀ ਜਾ, ਜੋ ਮਰਜ਼ੀ ਤਿਆਗ ਦੇ। ਸਾਡੇ ਨਾਲ ਇਹ ਜੀ ਹੁੰਦਾ ਜਿਸ ਦਿਨ ਅਸੀਂ ਭੁਲੇਖੇ ਨਾਲ ਵੀ ਵਰਤ ਰੱਖ ਲੈਂਦੇ ਹਾਂ, ਸਾਰਾ ਦਿਨ ਸੋਚਦੇ ਹਾਂ ਜਦੋਂ ਸ਼ਾਮੀ ਮੈਂ ਵਰਤ ਤੋੜਾਂਗੀ ਮੈਂ ਇਹ ਖਾਵਾਂਗੀ, ਮੈਂ ਉਹ ਖਾਵਾਂਗੀ, ਮੈਂ ਇਹ ਖਾਵਾਂਗੀ, ਮੈਂ ਉਹ ਖਾਵਾਂਗੀ। ਔਰ ਜੇ ਉਸ ਦਾ ਚੰਨ ਵੇਖਣ ਤੋਂ ਪਹਿਲਾਂ ਪਤੀ ਖਾਣਾ ਸ਼ੁਰੂ ਕਰ ਦੇ, ਫਿਰ ਜਿਹੜਾ ਗੁੱਸਾ ਚੜ੍ਹਦਾ, ਕਿਉਂਕਿ ਮਨ ਖਾਣਾ ਚਾਹੁੰਦਾ ਸੀ, ਮਨ ਸਾਰਾ ਦਿਨ ਪਲਾਨ ਬਣਾ ਰਿਹਾ ਸੀ ਕਬ ਚਾਂਦ ਨਿਕਲੇਗਾ, ਔਰ ਜੇ ਬੱਦਲ ਆ ਜਾਣ ਹੋਰ ਮਨ ਮੰਗਦਾ ਹੈ, ਕਿਉਂਕਿ ਮਨ ਅਨਸਟੇਬਲ ਹੈ, ਸਬਜੈਕਟ ਟੂ ਸਮਥਿੰਗ ਆਊਟਰ। ਮਨ ਆਪ ਭੁੱਖਾ ਹੋਣ ਦੇ ਕਾਰਨ ਗੱਲ ਗੱਲ 'ਤੇ ਡਿਸਟਰਬ ਹੁੰਦਾ, ਬੀਟ ਐਨੀ ਪੀਪਲ, ਬੀਟ ਐਨੀ ਵਨ। ਇਹਨੂੰ ਸਾਰੀ ਗੱਲ ਨੂੰ ਕਹਿੰਦੇ ਨੇ ਭਰਮ ਪੈ ਗਿਆ। ਔਰ ਮਨ ਮੇਰੇ ਜੀ ਨੇ ਆਪਣਾ ਭਰਮ ਗਵਾਤਾ। ਜਿਹਦਾ ਭਰਮ ਚਲਾ ਜਾਏ ਉਹ ਬੰਦਾ ਭੁੱਲਦਾ ਨਹੀਂ ਹੈ, ਉਹ ਅਵਗੁਣ ਨਹੀਂ ਕਰਦਾ। ਲੇਕਿਨ ਤਿਸਕੈ ਭਾਣਾ ਕੋਈ ਨਾ ਭੁੱਲਾ। ਇੱਕ ਭਾਣਾ ਰੱਬ ਜੀ ਦਾ ਹੁੰਦਾ ਔਰ ਇੱਕ ਸਾਡੇ ਮਨ ਦਾ ਭਾਣਾ ਹੁੰਦਾ ਹੈ। ਜਦੋਂ ਰੱਬ ਜੀ ਦੇ ਭਾਣੇ ਨੂੰ ਸਾਡਾ ਮਨ ਮੰਨ ਲੈਂਦਾ ਹੈ ਤਾਂ ਉਹਦੇ ਵਾਸਤੇ ਸਾਰੇ ਮਾਨਸ ਕੀ ਜ਼ਾਤ ਸਭ ਇੱਕ ਹੈ ਪਹਿਚਾਨ ਬੋਝ ਜਾਂਦਾ ਹੈ। ਉਹਦੇ ਵਾਸਤੇ ਸਾਰੇ ਅਵਲ ਅੱਲਾ ਨੂਰ ਪਾਏ ਕੁਦਰਤ ਕੇ ਸਭ ਬੰਦੇ ਹੋ ਜਾਂਦੇ ਨੇ, ਉਹ ਟਿਕ ਜਾਂਦਾ ਹੈ। ਉਹਨੂੰ ਕੌਣ ਟਿਕਾਉਂਦਾ ਹੈ? ਸਤਿਗੁਰ ਕਰ ਦੀਨੇ ਅਸਥਿਰ ਕਰ ਬਾਰ, ਅਸਥਿਰ ਕਰ ਬਾਰ। ਸਤਿਗੁਰ ਕਰ ਦੀਨੇ, ਸਤਿਗੁਰ ਕਰ ਦੀਨੇ ਅਸਥਿਰ ਕਰ ਬਾਰ, ਅਸਥਿਰ ਕਰ ਬਾਰ, ਅਸਥਿਰ ਕਰ ਬਾਰ, ਅਸਥਿਰ ਕਰ ਬਾਰ। ਸਤਿਗੁਰ ਟਿਕਾਂਦਾ ਹੈ। ਇਹਦਾ ਮਤਲਬ ਕੋਈ ਵੀ ਕਰਮਕਾਂਡ ਪਾਖੰਡ ਕਰਕੇ ਕਿਸੇ ਵੀ ਤਰੀਕੇ ਦੇ ਨਾਲ ਸਾਡਾ ਮਨ ਨਹੀਂ ਟਿਕਦਾ। ਜੇ ਮਨ ਨਹੀਂ ਟਿਕਦਾ ਮੈਂ ਸਟੇਬਲ ਨਹੀਂ ਹਾਂ, ਔਰ ਜੇ ਮੈਂ ਸਟੇਬਲ ਨਹੀਂ ਹਾਂ ਮੈਂ ਪਿਓਰ ਨਹੀਂ ਹਾਂ। ਮੇਰੇ ਮਨ ਅੰਦਰ ਕਿਧਰੇ ਕੋਈ ਕੂੜ ਹੈ ਜਿਹਦੇ ਕਾਰਨ ਮੇਰਾ ਸੁਭਾਅ ਵਿਗੜਿਆ। ਸਤਿਗੁਰ ਮੈਨੂੰ ਸਟੇਬਲ ਕਰੇਗਾ। ਇਹਦਾ ਮਤਲਬ ਸਤਿਗੁਰ ਜਿਹੜੇ ਜਿਹੜੇ ਅਵਗੁਣ ਮੈਨੂੰ ਸਮਝਾਏਗਾ ਕਿ ਇਹ ਅਵਗੁਣ ਤੂੰ ਛੱਡ ਮਨ ਕਰਕੇ, ਤਾਂ ਤੂੰ ਟਿਕ ਸਕਦਾ ਹੈ। ਅੱਜ ਦੇ ਸ਼ਬਦ ਵਿੱਚ ਕਹਿੰਦੇ ਨੇ ਭੂਖੈ ਦਾਨ ਨਾ ਦੀਨਾ। ਇਹ ਭੂਖੈ ਕੌਣ ਹੈ? ਆਮ ਤੌਰ 'ਤੇ ਲਫ਼ਜ਼ੀ ਅਰਥ ਉੱਪਰੇ ਉੱਪਰੇ ਪੜ੍ਹੋ ਨਾ ਤਾਂ ਇੰਝ ਲੱਗਦਾ ਹੈ ਕਿਸੇ ਭੁੱਖੇ ਨੂੰ ਦਾਨ ਨਹੀਂ ਦਿੱਤਾ। ਬੜੇ ਲੋਕੀ ਦਾਨ ਕਰਦੇ ਨੇ ਦੂਜਿਆਂ ਨੂੰ। ਬੜੇ ਗੁਰਦੁਆਰੇ ਦੇ ਬਾਹਰ, ਮੰਦਿਰ ਦੇ ਬਾਹਰ ਕਈ ਥਾਵਾਂ 'ਤੇ ਭੁੱਖੇ ਬੈਠੇ ਹੁੰਦੇ ਨੇ, ਗਰੀਬ ਵਿਚਾਰੇ ਬੈਠੇ ਹੁੰਦੇ ਨੇ, ਉਹਨਾਂ ਨੂੰ ਦਾਨ ਪਾ ਦਿੰਦੇ ਨੇ। ਪਰ ਉਹਨਾਂ ਵਾਸਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਸਤਿਆਂ ਮਨ ਸੰਤੋਖ ਉਪਜੈ ਦੇਣੇ ਕੇ ਵਿਚਾਰ। ਮਨ ਅੰਦਰ ਖਿਆਲ ਆਇਆ ਵੀ ਇनको ਕੁਛ ਦੇਣਾ चाहिए, लेकिन दे दे मंगा ऐसा गूढ़ा सोप करे संसार। ਇਹ ਕਾਰਨ ਬਣਿਆ ਕਿ ਉਹ ਦਾਨ ਤੇ ਕੁਛ ਦਿੰਦਾ ਹੈ ਪਰ ਆਪਣਾ ਨਾਂ ਕਰਵਾਉਂਦਾ ਹੈ।
सहसा गूढ़ा शोभ करे संसार, मेरी वाह वाह करे सारा संसार। अगर मैंने दान 1 रुपया दिया है तो सारा संसार 1000 रुपये की, लाख रुपये की मेरी वाह वाह करे। यही कारण बनिया असी इसकी प्रैक्टिस नहीं की। असी गुरुद्वारे सोने का छब्बा लवाया, असी गुरुद्वारे आके पालकी की सेवा कराई, असी गुरुद्वारे आके दरियां गलीचे की सेवा की, असी गुरुद्वारे आके संगमरमर लगाया, असी गुरुद्वारे आके रुमाला चढ़ाया। जो भी काम असी कीता उस तो बाद असी भाई साहब जी नूं कहा और प्रबंधकां नूं कहा। प्रबंधक विचारे इलैक्शन दे भुखे हुंदे ने। प्रबंधक विचारे सोचते ने अगर इसकी ना मानी तो अगली बारी ये देगा नहीं, पैसे दा दे तो कोई बात नहीं, नहीं ये वोट भी हमको नहीं देगा, इसलिए क्या करें। वो भाई साहब जी नूं कहंदे ने भाई साहब जी इन्हां दा नां जरूर लेना ਅਤੇ ਨਾਂ ਦੇ ਨਾਲ ਇਹਨਾਂ ਦੀ ਜ਼ਾਤ ਵੀ ਜ਼ਰੂਰ ਲਗਾਉਣਾ। ਉਹ ਸਹਿਸਾ ਗੂੜਾ ਆਪਣੀ ਵਾਵਾ ਮੰਗਦੇ ਪਏ ਨੇ। ਔਰ ਇਸ ਤੋਂ ਇਲਾਵਾ ਤੁਸੀਂ ਦੂਸਰਿਆਂ ਨੂੰ ਦੱਸਣ ਵਾਸਤੇ ਇਹਨਾਂ ਦੀ ਵਾਵਾ ਵਾਸਤੇ ਇਹਨਾਂ ਦੀ ਦੁਕਾਨ ਦਾ ਨਾਮ ਹੀ ਲੈਣਾ। ਇਹਨਾਂ ਦੀ ਦੁਕਾਨ ਦੇ ਨਾਂ ਤੋਂ ਇਲਾਵਾ ਇਹਨਾਂ ਦੀ ਪੂਰੀ ਜ਼ਬਰਦਸਤ ਵਾਵਾ ਕਰਨਾ। ਇਹਨੂੰ ਕੀ ਕਹਿੰਦੇ ਨੇ? दान ते कीता पर अपनी वाह वाह की। इस करके असी थिड़क गए। क्यों? क्योंकि अर्थ गलत हो गए। भूखे दान ना दीना दे, अर्थ समझ लिया किसी भूखे को दान नहीं देना, लेकिन अर्थ है तू अपने भूखे मन नू दान नहीं दिता। सतगुर दी मत दा मन तेरा भुखा ही रहा। साध संगत जी जदों इंज पढ़ांगे ना, जे समझ आएगी कि मेरे मन भुखे नू दान देना है, विजडम दा, सतगुर दी मत दा, चंगे गुणा दा, संतोख दा भोजन देना मेरे मन नू, तां पता लगेगा कि भूखे भगत ना कीजे दे अर्थ की होंदे ने। तां असीं पढ़ांगे, ये नहीं कहांगे भूखे भगत ना कीजिए ये माला अपनी लीजिए। और भगवान जी अगर मैं भूखा हूँ ना, अगर मेरे घर बच्चों को रोटी कपड़ा नहीं मिला है तो फिर ऐसे भक्ति तुम्हारी नहीं हो सकती, ये अपनी माला ले लो। रब ने तो माला दिती ही नहीं है, गुरमति ते माला कॉन्सैप्ट ही नहीं है। माला फेरना गुरमत का कॉन्सैप्ट नहीं है। बल्कि कबीर साहब कहते हैं कबीर मेरी सिमरनी रसना उपर नाम। जदों गुरमति च माला कॉन्सैप्ट ही नहीं है तो माला किहड़े रब नूं फड़ानी है, पर किहड़े वाली फड़ानी है? जे रब असीं समझदे रूप ना रेख ना रंग किस तय गुण ते प्रभीन, रब जी का कोई रूप रंग रेख भी नहीं है। जदों रब जी का कोई रूप रंग रेख पे कोई नहीं है तो माला किहड़े वाली फड़ाई? कोई पदार्थ वाली माला फड़ाई होएगी। साध संगत जी पता लगेगा मेरा मन हर वेले माला जपदा रहिंदा है दुनियावी पदार्थां दी तृष्णा दी। मेरा मन माला जपदा रहिंदा है फलाणे ने मेरे नाल इंज क्यों कीता सी, ना फलाणे ने उस वेले इंज क्यों कीता सी। मेरा मन लिस्ट बनाता है, मेरा मन निंदा दी लिस्ट बनाता है, मेरा मन मन मटाव दी लिस्ट बनाता है। ਇਹ ਮੇਰੇ ਭੁੱਖੇ ਮਨ ਦੀਆਂ ਨਿਸ਼ਾਨੀਆਂ ਨੇ। ਹੁਣ ਉਹਦੇ ਜੇ ਅਸੀਂ ਇਸ ਤਰੀਕੇ ਨਾਲ ਸਮਝ ਕੇ ਅਰਥ ਕਰੀਏ ਤਾਂ ਕਹਿੰਦੇ ਪਏ ਨੇ ਭੁੱਖੇ ਮੇਰੇ ਮਨ ਨੂੰ ਕਹਿ ਰਹੇ ਨੇ ਭੁੱਖੇ ਭਗਤ ਨਾ ਕੀਜੈ, ऐसे भगती नहीं होती है। जे तू भुखा है ना, भुखियां दी निशानियां की होंदियां? भुखियां दी निशानियां होंदियां असी लखां करोड़ां अपने मकान ते लगा देंगे पर किसी गरीब नूं एक फुलका भी नहीं पुछांगे, उहदे बच्चे तो लैके उहदी झुग्गी तो लैके पढ़ाई तो लैके इंश्योरेंस नहीं करांगे। असी गुरुद्वारियां दे उच्चे उच्चे बिल्डिंगां बना देंगे लेकिन भाई साहब जी दी, सेवादार जी दी, रागी सिंह जी दी तनख्वाह घट तो घट होएगी, उन्होंने इंश्योरेंस नहीं करांगे, उन्होंने हैल्थ इंश्योरेंस नहीं करांगे, उन्होंने बच्चों को फ्री नहीं पढ़ावांगे, उन्होंने टब्बर का ध्यान नहीं रखांगे। असी नगर कीर्तन ते लखां ला देंगे क्योंकि मन भुखा है। मन जदों भुखा है ना तो इनू समझ नहीं आती। उन्होंने कहते हैं भूखे भगत ना कीजे, ऐसे भगत नहीं होती है। तू आप भुखा है, तेरी निशानियां भुखे होने दी कि तू पुत्र दे विआह ते दाज लैंदा है डायरैक्टली और इनडायरैक्टली। असी लोगों के रिश्ते भी करांदे हां। लिविंग ट्रेजरी च मैट्रीमोनीअल की फ्री सेवा की जाती है। कई मुंडे वाले कुड़ी लभदे ने चंगे घर दी, नहीं उन्हां वल आना जाना होएगा, बाकी लोगों के विचकार उहदे माँ प्यो शोभदे होण, ਉਹਦੇ ਮਾਂ ਪਿਓ ਅੱਜ ਜੇ ਗਰੀਬ ਨੇ ਤਾਂ ਉਹ ਸੋਭਦੇ ਨਹੀਂ ਨੇ, ਸਾਡੇ ਨਾਲ ਬਣਦੀ ਨਹੀਂ, ਕੰਪੈਟੀਬਿਲਿਟੀ ਨਹੀਂ ਹੈ।
ਫਿਰ ਅਸੀਂ ਫਲਾਣੇ ਸ਼ਹਿਰ 'ਚ ਰਹਿੰਦੇ ਹਾਂ, ਉਹ ਫਲਾਣੇ ਸ਼ਹਿਰ 'ਚ ਰਹਿੰਦੇ, ਫਲਾਣਾ ਸ਼ਹਿਰ ਘਟੀਆ ਹੈ। ਜੇ ਅਸੀਂ ਇੱਕੋ ਸ਼ਹਿਰ ਦੇ ਅੰਦਰ ਰਹਿੰਦੇ ਹਾਂ, ਅਸੀਂ ਵਧੀਆ ਕਲੋਨੀ 'ਚ ਰਹਿੰਦੇ ਹਾਂ, ਉਹ ਸਲਮ ਏਰੀਆ 'ਚ ਰਹਿੰਦੇ ਨੇ। ਫਿਰ ਆਉਣਾ ਜਾਣਾ ਹੋਏਗਾ। ਆਉਣਾ ਜਾਣਾ ਕਿਉਂ ਹੈ? ਕਦੇ ਅਸੀਂ ਉਹਨਾਂ ਦੇ ਘਰ ਰੋਟੀ ਖਾਣ ਵੀ ਜਾਵਾਂਗੇ, ਕਦੇ ਦਿਨ ਤਿਉਹਾਰ 'ਤੇ ਵੀ ਜਾਵਾਂਗੇ। ਪਰ ਕੋਈ ਪੁੱਛੇ, ਸਾਰੇ ਸ਼ਹਿਰ ਨੇ ਤੁਹਾਡੇ ਉੱਤੇ ਕੈਮਰੇ ਲਾ ਕੇ ਰੱਖੇ ਹੋਏ ਨੇ ਕਿ ਤੁਸੀਂ ਅੱਜ ਆਪਣੇ ਕੁੜਮਾਂ ਦੇ ਜਾ ਰਹੇ ਹੋ, ਤੁਹਾਡੇ ਕੁੜਮ ਸਲਮ ਏਰੀਆ 'ਚ ਨੇ। ਅਸੀਂ ਕਦੇ ਵੀ ਨਹੀਂ ਇਹ ਕਹਿੰਦੇ ਮੈਨੂੰ ਇਨਸਾਨ ਚਾਹੀਦਾ ਹੈ, ਸਪਾਊਸ, ਮੇਰੇ ਪੁੱਤਰ ਵਾਸਤੇ ਜਿਹੜੀ ਵਹੁਟੀ ਚਾਹੀਦੀ ਹੈ, ਚੰਗੇ ਗੁਣਾਂ ਵਾਲੀ ਸੁਸ਼ੀਲ ਚਾਹੀਦੀ ਹੈ। ਅਸੀਂ ਇਸ ਤਰੀਕੇ ਨਾਲ ਕਰਦੇ ਹੀ ਨਹੀਂ ਹਾਂ। ਜਿਤਨੀਆਂ ਅਸੀਂ ਗੱਲਾਂ ਦਿਖਾਵਟੀ ਕਰੀ ਜਾ ਰਹੇ ਹਾਂ, ਸਿੱਖ ਕੌਮ ਇਹ ਕਰਤੀ ਹੈ, ਸਿੱਖ ਕੌਮ ਇਹ ਕਰਤੀ ਹੈ, ਸਿੱਖ ਕੌਮ ਇਹ ਕਰਤੀ ਹੈ। ਮੈਨੂੰ ਇੱਕ ਵਕੀਲ ਨੇ ਦੱਸਿਆ, ਦਾਜ ਦੇ ਨਾਂ ਹੇਠਾਂ ਸਾਡੇ ਬੜੇ ਸਾਰੇ ਕੇਸਿਸ ਨੇ, ਬੜੇ ਸਾਰੇ। ਉਹਨੇ ਤਾਂ ਮੈਨੂੰ ਇਹ ਵੀ ਕਿਹਾ ਕਿ ਕੋਰਟ ਵਿੱਚ ਦਾਜ ਦੇ ਨਾਂ ਹੇਠਾਂ ਦੇ ਕੇਸ ਸਾਡੇ ਮੈਕਸੀਮਮ ਨੇ। ਹੁਣ ਮੈਨੂੰ ਇਹ ਐਗਜ਼ੈਕਟ ਸਟੈਟਿਸਟਿਕਸ ਪਤਾ ਨਹੀਂ ਹੈ, ਲੇਕਿਨ ਜਿਸ ਵਕੀਲ ਨੇ ਕਿਹਾ ਮੈਂ ਬੜਾ ਹੈਰਾਨ ਹੋਇਆ, ਇੰਜ ਵੀ ਹੁੰਦਾ ਹੈ। ਫਿਰ ਕਿਸੇ ਨੇ ਕਿਹਾ ਕਿ ਅਸੀਂ ਭਰੂਣ ਹੱਤਿਆ ਜ਼ਿਆਦਾ ਕਰਨ ਲੱਗ ਪਏ ਹਾਂ, ਪੁੱਤਰ ਚਾਹੀਦਾ ਹੈ। ਇਹ ਭੁੱਖੇ ਮਨ ਦੀਆਂ ਨਿਸ਼ਾਨੀਆਂ ਨੇ। ਭੁੱਖੇ ਭਗਤ ਨਾ ਕੀਜੇ, ਇਹ ਮਾਲਾ ਆਪਣੀ ਲੀਜੇ। ਕਿਹਨੂੰ ਕਹਿ ਰਹੇ ਨੇ? ਮਨ ਨੂੰ। ਉਹ ਮਨ ਜਿਹੜਾ ਤੂੰ ਦਿਨ ਰਾਤ ਦੁਨਿਆਵੀ ਪਦਾਰਥਾਂ ਦੀ ਮਾਲਾ ਮੰਗਦਾ ਰਹਿੰਦਾ। ਅਸੀਂ ਦਿਨ ਰਾਤ ਦੁਨਿਆਵੀ ਪਦਾਰਥ ਮੰਗਦੇ ਰਹਿੰਦੇ ਹਾਂ। ਇਸ ਕਰਕੇ ਇੱਥੇ ਸਾਡੇ ਕੋਲ ਕੋਈ ਪ੍ਰਚਾਰਕ ਜਾਂ ਰਾਗੀ ਆ ਕੇ ਕਹਿ ਦਿੰਦਾ ਫਲਾਣਾ ਸ਼ਬਦ ਪੜ੍ਹੋ ਇਹ ਚੀਜ਼ ਮਿਲੇਗੀ, ਫਲਾਣਾ ਸ਼ਬਦ ਪੜ੍ਹੋ ਇਹ ਚੀਜ਼ ਮਿਲੇਗੀ, ਫਲਾਣਾ ਸ਼ਬਦ ਪੜ੍ਹੋ ਇਹ ਚੀਜ਼ मिलेगी। फिर दुकानें खुल गई, भारत से बाहर जाने का वीज़ा चाहिए, फलानी जगह निक्का जिहा जहाज चढ़ाओ। इस तरीके दे नाल सानू लोग पुछते हैं, वीर जी अगर घर औलाद नहीं हो रही तां, अगर बिजनेस नहीं चल रहा तां, अगर पुत्र चाहिए है तां केड़े वाला शब्द पढ़िए। भूखे मन दी निशानियां। गुरु को लगा के विजडम नहीं मांग रहे हैं, भूखे हाँ। भूखे भगत ना कीजे। भगत मतलब मन सतगुर दी मत लैके निज घर चों सारे इंद्रे ज्ञानेंद्रियां नूं जदों वंडदा है ना, तां टिक जांदे ने सारे इंद्रे ज्ञानेंद्रे। इहनूं भगत अवस्था कहंदे ने। जे चंगे गुण ना लवो तां गुरु पातशाह कहंदे सब गुण तेरे में नाही कोई, विण गुण कीते भगत ना होए। जे मैं गुण नहीं ले भगती नहीं होएगी। जे मैं गुण नहीं ले तो मैं भुखा हाँ, मीन हाँ, माइजर हाँ, कंजूस हाँ, थैंकलैस हाँ, लूण हरामी हाँ। असी मना रहे हैं 350 साल पूर्व। ਅਸੀਂ ਉਹਨੂੰ ਰਿਲੇਟ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ। ਅਸੀਂ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖਾਲਸਾ ਸਜਾਇਆ। ਅਸੀਂ ਆਪ ਖਾਲਸਾ ਬਣਨ ਵਾਸਤੇ ਅੱਜ ਗੁਰਬਾਣੀ ਦਾ ਇੱਕ ਸ਼ਬਦ ਸਮਝਣ ਦਾ ਯਤਨ ਕਰ ਰਹੇ ਹਾਂ ਕਿ ਮੈਂ ਪਿਓਰ ਫਿਰ ਕਿਵੇਂ ਹੋਵਾਂ। ਜੇ ਮੈਂ ਟਿਕਿਆ ਨਹੀਂ ਹਾਂ ਮੇਰਾ ਮਨ ਭੁੱਖਾ ਹੈ, ਔਰ ਜੇ ਮੈਂ ਟਿਕਿਆ ਨਹੀਂ ਹਾਂ ਤਾਂ ਮੈਂ ਪਿਓਰ ਨਹੀਂ ਹਾਂ। ਜੇ ਮੈਂ ਪਿਓਰ ਨਹੀਂ ਹਾਂ ਤਾਂ ਮੇਰੀਆਂ ਕੁਝ ਨਿਸ਼ਾਨੀਆਂ ਕਿ ਮੈਂ ਅਨਸਟੇਬਲ ਹੋਵਾਂਗਾ। ਸ਼ਬਦ ਦਾ ਰਾਹੂ ਤੈ ਨਰ ਕਿਆ ਪੁਰਾਨ ਸੁਣ ਕੀਨਾ। ਉਹ ਨਰ ਦਾ ਮਤਲਬ ਮੇਰੇ ਮਨ ਨੂੰ ਨਰ ਕਹਿੰਦੇ ਨੇ। ਤੈ ਨਰ ਕਿਆ ਪੁਰਾਨ ਸੁਣ ਕੀਨਾ ਅਨਪਾਵਨੀ। ਅਨਪਾਵਨੀ ਦਾ ਮਤਲਬ ਹੁੰਦਾ ਹੈ ਸਟੇਬਲ, ਥਿਰਤਾ ਵਾਲੀ ਅਕਲ, ਥਿਰਤਾ ਵਾਲਾ ਸੁਭਾਅ। ਅਨਪਾਵਨੀ ਭਗਤ ਨਹੀਂ ਉਪਜੀ। ਤੈਨੂੰ ਤੇਰੇ ਸੁਭਾਅ ਦੇ ਅੰਦਰ ਸਟੇਬਿਲਿਟੀ ਨਹੀਂ ਆਈ, ਥਿਰਤਾ ਨਹੀਂ ਆਈ, ਟਿਕਾ ਨਹੀਂ ਆਇਆ। ਅੱਜ ਸ਼ੁਰੂ ਕਰਨ ਵੇਲੇ ਮੈਂ ਪਹਿਲਾਂ ਗੱਲ ਕਰ ਚੁੱਕਾ, ਕਿਸੇ ਮਨੁੱਖ ਨੂੰ ਦੇਖ ਕੇ ਵੀ ਮੈਨੂੰ ਮਨ ਅੰਦਰ ਨਿੰਦਾ ਆ ਜਾਏ, ਕਿਸੇ ਮਨੁੱਖ ਦਾ ਕੀਤਾ ਹੋਇਆ ਵੀ ਯਾਦ ਆ ਜਾਏ ਔਰ ਮੈਂ ਉਹਦੀ ਨਿੰਦਾ ਸਾਰਿਆਂ ਦੇ ਸਾਹਮਣੇ ਕਰਾਂ, ਕਿਸੇ ਮਨੁੱਖ ਦਾ ਕੁਝ ਵੀ ਦੇਖਿਆ ਤਾਂ ਮੈਂ ਸਟੇਬਲ ਨਹੀਂ ਰਹਿੰਦਾ। ਫਰਜ਼ ਕਰੋ ਇਹਨੇ ਕਦੀ ਮੇਰੇ ਨਾਲ ਕੁਝ ਕੀਤਾ ਸੀ, ਜੇ ਮੈਂ ਇਹਦੀ ਨਿੰਦਾ ਸਾਰਿਆਂ ਦੇ ਸਾਹਮਣੇ ਕਰਦਾ ਹਾਂ ਤਾਂ ਫਿਰ ਇਹਦਾ ਮਤਲਬ ਮੈਂ ਇਹਦਾ ਵਿਗਾੜ ਕਰਨਾ ਚਾਹੁੰਦਾ ਕਿ ਸਾਰੇ ਮੰਨੋ ਮੈਂ ਸ਼ਰੀਫ ਹਾਂ, ਇਹ ਭੈੜਾ ਹੈ। ਹੁਣ ਸਾਰੇ ਹੋ ਸਕਦਾ ਇਹਨੂੰ ਭੈੜਾ ਸਮਝਣ ਜਾਂ ਹੋ ਸਕਦਾ ਇਹਨੂੰ ਭੈੜਾ ਨਾ ਵੀ ਸਮਝਣ। ਇਹਦਾ ਪਤਾ ਨਹੀਂ ਨੁਕਸਾਨ ਮੈਂ ਕਰ ਪਾਵਾਂਗਾ ਕਿ ਨਹੀਂ ਪਾਵਾਂਗਾ, ਮੇਰਾ ਹੋ ਜਾਏਗਾ, ਪਹਿਲਾਂ ਹੀ ਹੋ ਜਾਏਗਾ।
क्योंकि मैं अपनी थिरता गवा बैठा। जिस वेले मैं थिरता गवाई, इस तो बाद जो जिए होए सो उगवे मूँह का कहवाओ। मेरी ਜ਼ਬਾਨ ਤੋਂ ਵਾਲੇ ਅੱਖਰ ਨਿਕਲਣਗੇ ਜਿਨ੍ਹਾਂ ਵਿਚਕਾਰ ਮੈਂ ਨਿੰਦਾ ਕਰ ਜਾਵਾਂਗਾ। ਔਰ ਜਦੋਂ ਮੈਂ ਨਿੰਦਾ ਕਰਾਂਗਾ ਨਾ, ਤਾਂ ਮੈਂ ਨਿੰਦਾ ਕਰਨ ਵੇਲੇ ਪਤਾ ਕੀ ਕਹਾਂਗਾ, ਮੈਂ ਆਪਣੀਆਂ ਇਹਨਾਂ ਅੱਖਾਂ ਨਾਲ ਵੇਖਿਆ, ਮੈਂ ਆਪਣੇ ਇਹਨਾਂ ਕੰਨਾਂ ਨਾਲ ਸੁਣਿਆ, ਮੈਂ ਐਵੇਂ ਹੀ ਧੁੱਪ 'ਚ ਵਾਲ ਚਿੱਟੇ ਨਹੀਂ ਕੀਤੇ, ਮੈਂ ਕੋਈ ਨਿੱਕਾ ਕਾਕਾ ਨਹੀਂ ਹਾਂ। ਇਸ ਤਰੀਕੇ ਦੇ ਨਾਲ ਅਸੀਂ ਆਪਣੀ ਪੂਰੀ ਗੱਲ ਜਸਟੀਫਾਈ ਕਰਕੇ ਇਸ ਨੂੰ ਇਹਦੀ ਨਿੰਦਾ ਕਰਾਂਗੇ। ਪਰ ਦਰਅਸਲ ਅਮਰੀਕਾ ਮੇਰੇ ਇੱਕ ਵੀਰ ਨੇ ਡਾਕਟਰ ਜਤਿੰਦਰ ਸਿੰਘ ਜੀ, ਉਹ ਥਾਂ ਥਾਂ 'ਤੇ ਅਮਰੀਕਾ, ਕੈਨੇਡਾ, ਇਟਲੀ ਵਗੈਰਾ ਸਾਰੇ ਪ੍ਰੋਗਰਾਮਾਂ, ਜਿਸ ਤਰ੍ਹਾਂ ਇਹ ਸਾਰੇ ਦਿੱਲੀ ਮੇਰੇ ਨਾਲ ਇਕੱਠੇ ਹੁੰਦੇ ਨੇ, ਉਹ ਮੇਰੇ ਨਾਲ ਜਾਂਦੇ ਨੇ। ਮੈਂ ਉਹਨਾਂ ਨੂੰ ਕਿਹਾ, ਡਾਕਟਰਾਂ ਨੇ ਇਹ ਦੱਸਿਆ ਅਗਰ ਨਮਕ ਜ਼ਿਆਦਾ ਖਾਓਗੇ तुम्हारा BP ਹਾਈ ਹੋ ਜਾਏਗਾ। ਮਨੁੱਖ ਆਪਣਾ ਬਲੱਡ ਪ੍ਰੈਸ਼ਰ ਹਾਈ ਨਾ ਹੋ ਜਾਏ, ਆਪੇ ਲੂਣ ਘਟਾਉਂਦਾ ਹੈ। तुम ज़्यादा चीनी खाओगे तुम्हारी शुगर बढ़ जाएगी। मनुख अपना भला सोच लेंदा और फिर शुगर घट खानी शुरू कर देता है। जदों कभी उनको मेरे को चाय फीकी देना, नहीं ये मैंने नहीं खाना, ये मैंने नहीं खाना, मेरे को शुगर हो जाएगी। डर गया ना। दरअसल डरिया कि नियम अधीन आना चाहता है, सच नूं फॉलो करना चाहता है। की सोच के मैं बीमार ना हो जावां, की सोच के मेरा बिगड़ ना जाए कुछ। तो मैं वो डॉक्टर साहब ਨੂੰ ਕਿਹਾ, ਕਾਸ਼ ਗੁਰੂ ਨਾਨਕ ਪਾਤਸ਼ਾਹ ਜੀ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਅਸੀਂ ਮੈਡੀਕਲ ਸਾਇੰਸ ਵੱਲੋਂ, ਡਾਕਟਰਾਂ ਵੱਲੋਂ ਲੋਕਾਂ ਨੂੰ ਇਹ ਵੀ ਸਮਝਾ ਸਕੀਏ, ਜਿਸ ਤਰ੍ਹਾਂ ਲੂਣ ਖਾਣ ਦੇ ਨਾਲ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ, ਮਿੱਠਾ ਖਾਣ ਦੇ ਨਾਲ ਸ਼ੂਗਰ ਵੱਧ ਜਾਂਦੀ ਹੈ, ਇਸ ਤਰ੍ਹਾਂ ਨਾ ਕਿਸੇ ਦੀ ਨਿੰਦਾ ਮਨ ਅੰਦਰ ਰੱਖਣ ਨਾਲ ਨਾ ਇਸ ਤਰ੍ਹਾਂ ਤੇਰਾ ਬਾਡੀ ਦਾ ਵਿਗਾੜ ਹੋ ਜਾਂਦਾ। ਬਾਡੀ ਮੀਨਸ ਸੋਚਣੀ ਦਾ। ਤੇਰਾ ਮਨ ਭੁੱਖਾ ਹੋਰ ਅਨਸਟੇਬਲ ਹੋ ਜਾਂਦਾ ਹੈ। ਜੇ ਅਸੀਂ ਲੋਕਾਂ ਨੂੰ, ਲੋਕੀ ਆਪਣਾ ਭਲਾ ਸੋਚਣਗੇ, ਲੋਕੀ ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ ਪ੍ਰੈਕਟਿਸ ਕਰ ਪਾਣਗੇ, ਲੋਕੀ ਪ੍ਰੈਕਟਿਸ ਕਰ ਪਾਣਗੇ, ਨਿੰਦਾ ਭਲੀ ਕਿਸੇ ਕੀ ਨਾ ਹੈ। ਕੱਲ ਮੈਨੂੰ ਇੱਕ ਸੱਜਣ ਕਿਸੇ ਦੀ ਕੋਈ ਗੱਲ ਸੁਣਾਉਣ ਲੱਗੇ, ਕਹਿੰਦੇ ਉੱਥੇ ਗਏ ਨਾ ਜਦੋਂ, ਉਹ ਨਾ ਇੰਜ ਕਰ ਰਹੇ ਸੀ। ਮੈਂ ਕਿਹਾ ਇਹ ਜਿਹੜਾ ਇੰਜ ਕਰ ਰਹੇ ਸੀ, ਹੁਣ ਤੁਸੀਂ ਕੁਛ ਉਹਨਾਂ ਦਾ ਨੈਗੇਟਿਵ ਸੁਣਾਉਣ ਲੱਗੋ, मेरे को टाइम नहीं है। आई डोंट वॉन्ट टू लिसन निंदा और क्रिटिक्स फॉर एनी वन। क्यों? मेरे को टाइम नहीं है, मेरे को थोड़ा टाइम है। मेरे दिमाग दे ਜਿਹੜੇ ਮੈਮਰੀ ਚਿਪ ਦੇ ਅੰਦਰ ਬਾਈਟਸ ਨੇ, ਕਿੰਨੇ GB ਨੇ, ਕੀ ਹੈ, ਮੈਂ ਨਹੀਂ ਰੱਖਣਾ ਚਾਹੁੰਦਾ। ਇੱਕ ਟਾਈਮ ਦੇ ਅੰਦਰ ਪਤਾ ਨਹੀਂ ਕਿੰਨੇ ਮਿਲੀਅਨ ਥਾਟਸ ਆਉਂਦੇ ਨੇ, ਤਾਂ ਉਹ ਸਾਰੇ ਮੈਨੂੰ ਭੈੜੇ ਭੈੜੇ ਆਉਣੇ ਸ਼ੁਰੂ ਹੋ ਜਾਣਗੇ। ਸਾਧ ਸੰਗਤ ਜੀ, ਮੈਂ ਨੋਟਿਸ ਕੀਤਾ ਕਿ ਜਦੋਂ ਰਾਤੀ ਸੌਣ ਵੇਲੇ ਮੈਂ TV ਤੇ ਖਬਰਾਂ ਦੇਖੀਆਂ ਤਾਂ ਮੈਂ ਬੜੀ ਦੇਰ ਸੋ ਨਹੀਂ ਪਾਇਆ। ਸਾਰੀਆਂ ਖਬਰਾਂ ਮੇਰੇ ਦਿਮਾਗ ਵਿੱਚ ਘੁੰਮਦੀਆਂ ਰਹੀਆਂ। मैं अपना भला सोचा तो मैं सोचा आगे से रात को सोते टाइम खबरें नहीं पढ़ूंगा। फिर एक ये भी प्रैक्टिस होती सी कि जे मैं इंडिया वहाँ तो अमेरिका डे टाइम है, जे मैं अमेरिका रात है तो इंडिया डे टाइम है। मैं राती सौण वेले टैक्स मैसेज पांदा सी WhatsApp ते किसी एक बंदे नूं, नाल ही दूजे दा मैसेज आ जांदा सी, उपर आ जांदा है। मैं फटाफट इनू पॉज करके उन्होंने जवाब देना शुरू करता सी, तीजे दा आ जांदा सी, चौथे दा आ जांदा सी। मैनू रिलैक्स होना है, मैनू सोना है, पर मैं नोटिस किया मैं उत्तेजित होई जा रहा, मैं अनस्टेबल होई जा रहा, मैं डिस्टर्ब होई जा रहा। जितने बंदियां नाल ज़्यादा WhatsApp मैं कर रहा सी, उतना ज़्यादा मैसेजिस, उतना ज़्यादा मैं स्टेबल दे बदले अनस्टेबल होंदा चला गया। ਜਿਹੜੇ नौजवान पूछते ना धर्म कर्म की क्या ज़रूरत है, उन्होंने वास्ते यह पॉइंट बड़ा कीमती है कि धर्म कर्म की इसलिए ज़रूरत है कि तू हाइपर हो गया है। धर्म कर्म की इसलिए ज़रूरत है कि तू इम्प्योर हो जा रहा है। धर्म कर्म की इसलिए ज़रूरत है कि तू टिक नहीं रहा, तू अनस्टेबल हो रहा है। तेरे घर वालियां दी जिंदगी बिगड़ रही कि नहीं बिगड़ रही, तेरी अपनी बिगड़ रही है। तै नर क्या पुराण सुन की ना धर्म दियां गल्लां सुन पढ़ लईयां, की कीता अनपावनी भगत नहीं उपजे। अनपावनी मतलब थिरता वाली तेरी अवस्था नहीं बनी। जे थिर नहीं है तो तू खालस नहीं है।
ਭੂਖ ਹੈ ਦਾਨ ਨਾ ਦੀਨਾ, ਤੂੰ ਆਪਣੇ ਮਨ ਨੂੰ ਸਤਿਗੁਰ ਦੀ ਮੱਤ ਦਾ ਦਾਨ ਦਿੱਤਾ ਹੀ ਨਹੀਂ। ਹੁਣ ਅੱਗੇ ਕਹਿੰਦੇ ਨੇ ਦੇਖ ਤੇਰਾ ਮਨ ਭੁੱਖਾ ਹੈ ਤਾਂ ਦੇਖ ਕੀ ਕਰਦਾ ਹੈ। ਕਾਮ ਨਾ ਬਿਸਰਿਓ, ਕਾਮ ਮਤਲਬ ਕਾਮਨਾ, ਕਾਮਨਾ ਮਤਲਬ ਡਿਜ਼ਾਇਰਸ। ਮਨ ਮੰਗਾ ਹੀ ਮੰਗੀ ਜਾਂਦਾ ਹੈ। ਕਾਮ ਨਾ ਬਿਸਰਿਓ, ਹਰ ਵੇਲੇ ਕੋਈ ਡਿਮਾਂਡ ਹੈ, ਹਰ ਵੇਲੇ ਕੋਈ ਮੰਗ ਹੈ, ਹਰ ਵੇਲੇ ਕੋਈ ਐਕਸਪੈਕਟੇਸ਼ਨਸ ਨੇ। ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਹਰ ਵੇਲੇ ਤੈਨੂੰ ਗੁੱਸਾ ਹੀ ਚੜਿਆ ਰਹਿੰਦਾ ਹੈ। ਸਾਧ ਸੰਗਤ ਜੀ, ਗੁੱਸਾ ਹਰ ਵੇਲੇ ਚੜਨ ਦੀ ਨਿਸ਼ਾਨੀ ਪਤਾ ਕੀ ਹੈ? सब कुछ मेरे मुताबिक होना चाहिए। अगर मेरे मुताबिक ना हो तो मैं डिस्टर्ब हो जाऊंगा। बस उस तो बाद मेरे एक्शनस होंगे। एक बारी मैं एग्जाम्पल साझ की सी, वो बार बार कईयां ने मैनू वर्ल्ड वाइड कोट की कि तुहाडी एग्जाम्पल बड़ी काम आती है। असी अमेरिका तो ਇੱਥੇ ਇੰਡੀਆ ਵਿੱਚ ਜਦੋਂ ਮੇਰੀ ਬੱਚੀ 5 ਸਾਲ ਦੀ ਸੀ, ਉਹਨੂੰ ਪੜ੍ਹਨ ਵਾਸਤੇ ਲੈ ਕੇ ਆਏ, ਉਹਨੂੰ ਇੱਥੇ ਦਾਖਲ ਕਰਾਇਆ। ਬੱਚੀ 6 ਮਹੀਨੇ ਬਾਅਦ ਕਹਿੰਦੀ ਹੈ पापा मैं ਇੱਥੇ नहीं पढ़ना। पूछा क्यों? एक बच्चा गलती करता है, मैम क्लास में आती है, सबको बेंच के ऊपर खड़ा करके पनिश करती है। मेरी तो पापा गलती ही नहीं थी, मैंने यहाँ नहीं पढ़ना, अमरीका वापस चलो। बड़ी मुश्किल उसनू मनाया। थोड़े दिनों बाद कहती है मैं ਇੱਥੇ नहीं रहना। क्यों नहीं रहना? बच्चे गली अंदर ਜਿਹੜੇ ਬੱਚੇ ਖੇਡਦੇ ਨੇ ਸਾਰੇ ਆਪਣਾ ਆਪਣਾ ਖੇਡ ਰਹੇ ਹੁੰਦੇ ਨੇ। ਪਾਪਾ, ਇੱਕ ਮੁੰਡਾ ਉਹ ਸਾਈਕਲ ਚਲਾਉਂਦਾ ਹੈ, ਉਹਨੇ ਵਰਡ ਯੂਜ਼ ਕੀਤਾ 5 ਸਾਲ ਦੀ ਬੱਚੀ ਨੇ, ਉਹਨਾਂ ਦੂਜੇ ਬੱਚਿਆਂ ਦੇ ਪੈਰਾਂ 'ਤੇ ਸਾਈਕਲ ਚੜ੍ਹਾ ਦਿੰਦਾ। ਪਤਾ ਨਹੀਂ ਉਹਨੂੰ ਕੀ ਝੱਲ ਪੈਂਦਾ ਵੇ, ਉਹ ਆਪਣੀ ਸਾਈਕਲ ਠੀਕ ਤਰ੍ਹਾਂ ਨਹੀਂ ਚਲਾਉਂਦਾ, ਦੂਜਿਆਂ ਦੇ ਪੈਰਾਂ 'ਤੇ ਚੜ੍ਹਾ ਦਿੰਦਾ। ਉਹਨੇ ਵਰਡ ਯੂਜ਼ ਕੀਤਾ, ਪਤਾ ਨਹੀਂ ਉਹਨੂੰ ਕੀ ਝੱਲ ਪੈ ਜਾਂਦਾ, ਉਹਦਾ ਇਹ ਵਰਡ ਪਕੜ ਲਿਆ। ਇਹ ਬੜੇ ਕੰਮ ਦਾ ਲਫ਼ਜ਼ ਹੈ। ਇਸ ਬੱਚੇ ਨੇ ਮੈਨੂੰ ਅੱਜ ਸਿਖਾਇਆ ਕਿ ਉਸ ਨੂੰ ਪਤਾ ਨਹੀਂ ਕੀ ਝੱਲ ਪੈ ਜਾਂਦਾ ਹੈ। ਇਹਦਾ ਮਤਲਬ ਜੇ ਸਾਰੀ ਦੁਨੀਆ ਵਿੱਚ ਮੇਰੇ ਮੁਤਾਬਕ ਜੇ ਲੋਕੀ ਨਾ ਹੋਣ, ਮੇਰੇ ਮੁਤਾਬਕ ਸਾਰਾ ਘਰ ਦਾ ਕੰਮ ਨਾ ਚੱਲੇ, ਮੇਰੇ ਮੁਤਾਬਕ ਕੋਈ ਕਿੱਥੇ ਕੁਛ ਨਾ ਚੱਲੇ, ਤਾਂ ਮਨ ਨੂੰ ਕ੍ਰੋਧ ਚੜ੍ਹਦਾ। ਇਹਦਾ ਨਾਂ ਰੱਖ ਲਓ, ਮਨ ਨੂੰ ਝੱਲ ਪੈਂਦਾ ਹੈ। ਝੱਲ ਪੈਣ ਦੀ ਨਿਸ਼ਾਨੀ ਹੋਏਗੀ ਮੈਂ ਗਾਲਾਂ ਕੱਢਾਂਗਾ। ਝੱਲ ਪੈਣ ਦੀ ਨਿਸ਼ਾਨੀ ਹੋਏਗੀ ਮੈਂ ਆਪਣੇ ਆਪ ਨੂੰ ਮਿਸਟਰ ਰਾਈਟ ਕਵਾਂਗਾ। ਝੱਲ ਪੈਣ ਦੀ ਨਿਸ਼ਾਨੀ ਹੋਏਗੀ ਮੈਂ ਦੂਜੇ ਨੂੰ ਪਨਿਸ਼ ਕਰਾਂਗਾ। ਝੱਲ ਪੈਣ ਦੀ ਨਿਸ਼ਾਨੀ ਹੋਏਗੀ ਮੈਂ ਮਾफ़ ਨਹੀਂ ਕਰਾਂਗਾ। ਝੱਲ ਪੈਣ ਦੀ ਨਿਸ਼ਾਨੀ ਹੋਏਗੀ ਮੈਂ ਉੱਚਾ ਬੋਲਾਂਗਾ। ਝੱਲ ਪੈਣ ਦੀ ਨਿਸ਼ਾਨੀ ਹੋਏਗੀ ਮੈਂ ਡਿਸਹਾਰਮ ਨਹੀਂ ਕਰ ਦਿਆਂਗਾ। ਝੱਲ ਪੈਣ ਦੀ ਨਿਸ਼ਾਨੀ ਹੋਏਗੀ ਮੈਂ ਨਿੰਦਾ ਕਰਾਂਗਾ। ਇਹ ਸਾਰੇ ਝੱਲ ਪੈਂਦੇ ਨੇ। ਔਰ ਇਸ ਝੱਲ ਪੈਣ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਦੇਖ ਲੈਣਾ ਮੈਨੂੰ ਝੱਲ ਪੈਣ ਵਾਲਾ ਹੈ, ਔਰ ਐਡਵਾਂਸ ਵਿੱਚ ਆਪਣੇ ਆਪ ਨੂੰ ਰੋਕ ਲੈਣਾ। ਉਹਨੂੰ ਕਹਿੰਦੇ ਨੇ ਮੰਦੇ ਫੁਰਨੇ ਆਉਂਦੇ ਨੇ, ਮੰਦੇ ਫੁਰਨੇ ਆਣਗੇ, ਕਿਉਂਕਿ ਲੋਕੀ ਛਿਲਕਾ ਸੁੱਟਣਗੇ ਔਰ ਤੂੰ ਤਿਲਕੇਂਗਾ। ਮੰਦੇ ਫੁਰਨੇ ਤੇ ਆਣਗੇ। ਆਸਤਾ ਆਸਤਾ ਮੰਦੇ ਫੁਰਨਿਆਂ ਦੇ ਕਾਰਨ ਜਿਹੜਾ ਝੱਲ ਪੈਂਦਾ ਹੈ, ਉਸ ਝੱਲ ਦਾ ਐਕਸ਼ਨ ਹੈ ਦੂਜਿਆਂ ਦੇ ਪੈਰਾਂ 'ਤੇ ਸਾਈਕਲ ਚੜਾਏਂਗਾ, ਦੂਜਿਆਂ ਦੀ ਨਿੰਦਾ ਕਰੇਂਗਾ, ਨਫ਼ਰਤ ਕਰੇਂਗਾ, ਤੇਰ ਮੇਰ ਕਰੇਂਗਾ, डिसहारमनी करेगा। उन्होंने एडवांस ही देख लेना और फिर आस्ता आस्ता मंदे फुरना का ना आना, सुभाव चेंज हो गया और प्योरिटी स्टार्ट्स। खालस असी बनते गए। द मोर प्योरिटी आई हैव द मोर स्टैबिलिटी। एक माता जी ने पूछा सी, तुहाडा प्रोग्राम टीवी ते सुनदियां बड़ा चंगा लगता है, किस तरह ये अवगुण मन नहीं टिकता, बाणी पढ़न वेले हथों गुटका छुट जाता है या नींद आ जाती है। मैं माता जी ने कहा जे पाठ समझ समझ के करांगे ना, फिर गुटका भी नहीं छुटेगा, फिर नींद भी नहीं आएगी। नहीं, मन लगता नहीं है, भुड़क भुड़क के इधर उधर किधरे जाता है। मैं क्या माता जी नहीं जाएगा, मैं ज्यूलर कोल ते गया नहीं, पर तुसी ज्यूलर कोल गए सी तो ज्यूलर कोल जाते हो, अपना सोना उन्होंने देंदे हो, ज्यूलर उन्होंने पत्थर ते रगड़दा है, रगड़न तो बाद तुहाडे नाल भाव कर करके लै लैंदा है, लेकिन उस तो बाद ज्यूलर सुनियारा एक कुठाली विच उन्होंने रखदा है, थल्ले अग बालदा है, सोना भुड़कदा है। जितना भुड़कदा है वो समझ आता है ਇਹਦੇ अंदर इंप्योरिटीज खोट है। वो जो जो इसनूं तपश देंदा है, अग बालदा है, जो जो दी खोट निकलती जाती है, अवगुण निकलते जाते हैं,
ਤਿਉਂ-ਤਿਉਂ ਉਹ ਸੋਨਾ ਟਿਕਦਾ ਜਾਂਦਾ ਹੈ। ਇੱਕ ਐਸੀ ਸਟੇਜ ਆਉਂਦੀ ਹੈ ਉਹ ਸੋਨਾ ਪਿਓਰ ਹੋ ਜਾਂਦਾ ਹੈ ਔਰ ਸਾਰੀ ਖੋਟ ਨਿਕਲ ਜਾਂਦੀ ਹੈ, ਉਹ ਟਿਕ ਜਾਂਦਾ ਹੈ। ਇਸ ਤਰ੍ਹਾਂ ਜੇ ਮੇਰਾ ਮਨ ਅਨਪਾਵਨੀ ਵਾਲੀ ਅਵਸਥਾ 'ਚ ਨਹੀਂ ਹੈ, ਭੁੱਖਾ ਹੈ, ਟਿਕੇਗਾ ਨਹੀਂ। ਮਾਤਾ ਜੀ ਅਵਗੁਣ ਦੂਰ ਕਰਨੇ ਹਨ। ਜਿਉਂ-ਜਿਉਂ ਅਵਗੁਣ ਦੂਰ ਕਰਦੇ ਜਾਵਾਂਗੇ, ਅਵਗੁਣ ਦੂਰ ਕਰਨ ਵਾਸਤੇ ਬਾਣੀ ਧਿਆਨ ਨਾਲ ਪੜ੍ਹਨੀ ਪਏਗੀ, ਔਰ ਜਿਉਂ-ਜਿਉਂ ਅਵਗੁਣ ਦੂਰ ਕਰਦੇ ਜਾਵਾਂਗੇ ਤਿਉਂ-ਤਿਉਂ ਮਨ ਟਿਕਦਾ ਜਾਏਗਾ। ਉਹਨੂੰ ਇਸ ਸ਼ਬਦ ਦੇ ਅਖੀਰ ਵਿੱਚ ਇੱਕ ਪੰਕਤੀ ਸੂਰਦਾਸ ਜੀ ਦੀ ਇਹਦੇ ਅਖੀਰ ਵਿੱਚ ਲੱਗੀ ਹੋਈ ਹੈ। ਉੱਥੇ ਕਹਿੰਦੇ ਨੇ, ਛਾੜ ਮਨ ਹਰ ਬਿਮੁਖਨ ਕੋ ਸੰਗ, ਜਿਹਦੇ ਨਾਲ ਸੱਚ ਤੋਂ ਬਿਮੁਖ ਹੋਈਦਾ ਹੈ, ਉਹ ਵਾਲੇ ਖਿਆਲਾਂ ਦਾ ਸੰਗ ਛੱਡ ਦੇ। ਬੰਦਿਆਂ ਦੇ ਬਾਰੇ ਨਹੀਂ ਕਹਿ ਰਹੇ ਨੇ। ਕਿਸੇ ਵੀ ਬੰਦੇ ਨੂੰ ਜੇ ਤੁਸੀਂ ਕਹਿਣਾ ਇਹ ਬੰਦਾ ਸਾਕਤ ਹੈ, ਇਹ ਬੰਦਾ ਬੇਮੁਖ ਹੈ, ਤਾਂ ਹਉਮੈ ਵੱਜ ਜਾਏਗੀ ਔਰ ਉਸ ਬੰਦੇ ਉੱਤੇ ਤੂੰ ਲੇਬਲ ਲਾ ਦੇਂਗਾ। ਕਿਸੇ ਨੂੰ ਪਾਪੀ ਕਹੇਂਗਾ, ਕਿਸੇ ਨੂੰ ਪੁੰਨੀ ਕਹੇਂਗਾ। ਪੁੰਨੀ ਪਾਪੀ ਆਖਣ ਨਾ ਹੈ, ਆਖਣ ਦਾ ਮਤਲਬ ਲੇਬਲ। ਲੋਕਾਂ ਨੂੰ ਲੇਬਲ ਨਾ ਕਰਿਆ ਕਰ ਪੁੰਨੀ ਪਾਪੀ। ਅਨਪਾਵਨੀ ਭਗਤ ਨਹੀਂ ਉਪਜੀ, ਭੁੱਖ ਹੈ ਦਾਨ ਨਾ ਦੀਨਾ। ਤੂੰ ਆਪਣੇ ਮਨ ਭੁੱਖੇ ਨੂੰ ਦਾਨ ਨਹੀਂ ਦਿੰਦਾ, ਦੇਖ ਤੇਰੇ ਨਾਲ ਕੀ ਵਾਪਰਦੀ ਹੈ। ਟਿਕਦਾ ਨਹੀਂ ਤਾਂ ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ। ਐ ਮੇਰੇ ਮਨ ਤੇਰਾ ਲੋਭ ਨਹੀਂ ਛੁੱਟਿਆ। ਜਦੋਂ ਲੋਭ ਨਾ ਛੁੱਟੇ ਤਾਂ ਅਸੀਂ ਸਮਝਦੇ ਹਾਂ ਸਭ ਕੁਛ ਮੈਨੂੰ ਦੇ ਜਾਓ। ਲੋਭ ਨਾ ਛੁੱਟੇ ਮਨ ਗਰੀਡੀ ਹੋ ਜਾਂਦਾ ਹੈ। ਲੋਭ ਨਾ ਛੁੱਟੇ ਨਾਲ ਲੱਭ ਵੀ ਘੇਰ ਲੈਂਦਾ ਹੈ। ਲੱਭ ਦੀ ਨਿਸ਼ਾਨੀ ਹੁੰਦੀ ਹੈ ਇਹ ਚੀਜ਼ ਤੇ ਮੈਨੂੰ ਚਾਹੀਦੀ ਹੈ, ਉਹ ਵੀ ਚਾਹੀਦੀ ਹੈ, ਉਹ ਵੀ ਚਾਹੀਦੀ ਹੈ, ਸਾਰੀ ਦੁਨੀਆ ਭਰ ਦੀਆਂ ਚੀਜ਼ਾਂ ਮੈਨੂੰ ਚਾਹੀਦੀਆਂ, ਲੇਕਿਨ ਇਸ ਤੋਂ ਬਾਅਦ ਤੇਰੀ ਜਿਹੜੀ ਚੀਜ਼ ਹੈ ਇਹ ਵੀ ਮੈਨੂੰ ਚਾਹੀਦੀ ਹੈ। ਇਹਨੂੰ ਲੱਭ ਕਹਿੰਦੇ ਨੇ। ਲੋਭ ਮਤਲਬ ਗਰੀਡੀ। ਲੋਭ ਤੋਂ ਉੱਪਰ ਲੱਭ ਕੇ ਦੂਜਿਆਂ ਦਾ ਸਮਾਨ ਵੀ ਮੈਨੂੰ ਚਾਹੀਦਾ ਹੈ। ਉਹਨੂੰ ਹਰਾਮ ਦੀ ਕਮਾਈ ਕਹਿੰਦੇ ਨੇ, ਉਹਨੂੰ ਹਰਾਮਖੋਰ ਕਹਿੰਦੇ ਨੇ, ਉਸ ਨੂੰ ਪਰਾਇਆ ਹੱਕ ਖਾਣਾ ਕਹਿੰਦੇ ਨੇ, ਉਹਨੂੰ ਭਾਖਿਆ ਦਾ ਕੁੱਠਾ ਬੱਕਰਾ ਖਾਣਾ ਕਹਿੰਦੇ ਨੇ। ਉਹ ਭਾਖਿਆ ਦੀ ਬੋਲੀ ਬੋਲੇਗਾ, ਭੈੜੀ ਬੋਲੀ ਬੋਲੇਗਾ। ਉਹ ਮਿੱਠੀ ਬੋਲੀ ਨਹੀਂ ਬੋਲੇਗਾ, ਭੈੜੀ ਬੋਲੀ 'ਚ ਕ੍ਰੋਧ ਵੀ ਆਏਗਾ, ਉੱਚਾ ਬੋਲਣਾ ਵੀ ਆਏਗਾ, ਆਪਣੇ ਆਪ ਨੂੰ ਠੀਕ ਕਰਾਰ ਕਰਨਾ ਵੀ ਆਏਗਾ, ਕਿਸੇ ਦੀ ਨਿੰਦਾ ਵੀ ਆਏਗੀ। ਅਨਸਟੇਬਲ ਤੂੰ ਹੋ ਜਾਏਗਾ। ਪਰ ਨਿੰਦਾ ਮੁਕਤੇ ਨਹੀਂ ਛੁੱਟੀ। ਤੂੰ ਹੁਣ ਜੋ ਮਰਜ਼ੀ ਪੜ੍ਹ ਲੈ, ਤੂੰ ਜੋ ਮਰਜ਼ੀ ਆਪਣੀ ਨੌਲੇਜ ਇਕੱਠੀ ਕੀਤੀ ਹੋਈ ਹੈ, ਤੂੰ ਜੋ ਮਰਜ਼ੀ ਕਰ ਲੈ, ਪਰ ਜੇ ਤੇਰੇ ਕੋਲ ਐ ਹੀ ਨਹੀਂ ਛੁੱਟੇ, ਕਾਮ ਨਾ ਛੁਟਕਿਓ, ਕ੍ਰੋਧ ਨਾ ਛੁਟਕਿਓ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਕਤੇ ਨਹੀਂ ਛੁੱਟੀ। ਸਾਧ ਸੰਗਤ ਜੀ, ਪਰ ਦਾ ਮੈਨਾ ਵੈਸੇ ਮਨ ਹੁੰਦਾ ਹੈ, ਪਰ ਜੇ ਮਨ ਭੈੜਾ ਹੋ ਗਿਆ ਨਾ ਤਾਂ ਮਨ ਨੂੰ ਸਾਰੇ ਭੈੜੇ ਲੱਗਣਗੇ। ਅਸੀਂ ਅੱਜ ਸ਼ਬਦ ਪੜ੍ਹਿਆ, ਮਨ ਮੇਰੇ ਜਿਨ ਆਪਣਾ ਭਰਮ ਗਵਾਤਾ ਤਿਸ ਕੈ ਭਾਣਾ ਕੋਈ ਨਾ ਭੁੱਲਾ। ਉਹ ਆਪ ਹੀ ਨਹੀਂ ਭੁੱਲੇਗਾ ਔਰ ਕਿਸੇ ਨੂੰ ਵੀ ਭੁੱਲਿਆ ਨਾ ਕੋ ਮੂਰਖ ਨਾ ਕੋ ਸਿਆਣਾ ਦੀ ਅਵਸਥਾ 'ਚ ਆ ਜਾਏਗਾ। ਜੇ ਨਾ ਕੋ ਮੂਰਖ ਨਾ ਕੋ ਸਿਆਣਾ ਦੀ ਅਵਸਥਾ 'ਚ ਨਹੀਂ ਆਏਗਾ ਤਾਂ ਅਨਸਟੇਬਲ ਰਹੇਗਾ। ਬਿਲਕੁਲ ਇੰਟਰਲਿੰਕ ਨੇ। ਸੌਖਾ ਹੈ, ਬਿਲਕੁਲ ਮੈਸੇਜ ਬਹੁਤ ਕਲੀਅਰ ਹੈ, ਕ੍ਰਿਸਟਲ ਕਲੀਅਰ ਹੈ, ਆਸਾਨ ਹੈ ਬੜਾ, ਛੁੱਟਦਾ ਜਾਏਗਾ। ਪਰ ਕਹਿੰਦੇ ਪਰ ਨਿੰਦਾ ਮੁਕਤੇ ਨਹੀਂ ਛੁੱਟੀ। ਹੁਣ ਅਸੀਂ ਉਸ ਸ਼ਬਦ ਵਿੱਚ ਪੜ੍ਹ ਰਹੇ ਸੀ, ਸੁਖੀਏ ਕੋ ਪੇਖੈ ਸਭ ਸੁਖੀਆ। ਤਾਂ ਅਸੀਂ ਸਮਝ ਰਹੇ ਸੀ ਕਿ ਜਿਹੜਾ ਆਪ ਸੁਖੀ ਹੋਵੇ ਨਾ, ਉਹਨੂੰ ਲੋਕਾਂ ਦਾ ਦੁੱਖ ਨਜ਼ਰ ਨਹੀਂ ਆਉਂਦਾ। ਉਹ ਕਹਿੰਦਾ ਸਾਰੇ ਹੀ ਸੁਖੀ ਹੈ, ਉਹ ਲੋਕਾਂ ਵਾਸਤੇ ਨਹੀਂ ਜੀ ਸਕਦਾ। ਸੁਖੀਏ ਕੋ ਪੇਖੈ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਜਿਹੜਾ ਆਪ ਰੋਗੀ ਹੋਵੇ ਨਾ, ਜਿਹੜਾ ਆਪ ਹਿਪੋਕਰੇਟ ਹੋਵੇ, ਉਹ ਦੂਜਿਆਂ ਨੂੰ ਵੀ ਹਿਪੋਕਰੇਟ ਹੀ ਸਮਝਦਾ। ਰੋਗੀ ਕੇ ਭਾਣੇ ਸਭ ਰੋਗੀ ਔਰ ਸੁਖੀਏ ਕੋ ਪੇਖੈ ਸਭ ਸੁਖੀਆ। ਅਸੀਂ ਪੰਕਤੀ ਵੀ ਕੋਟ ਕੀਤੀ ਸੀ, ਸੋ ਕਤ ਜਾਣੇ ਪੀਰ ਪਰਾਈ ਜਾ ਕੇ ਅੰਦਰ ਦਰਦ ਨਾ ਪਾਈ। ਜਿਹਦਾ ਤਾਂ ਦਰਦ ਨਹੀਂ ਨਾ ਹੋਏਗਾ, ਉਹ ਦੂਜਿਆਂ ਦਾ ਦਰਦ ਸਮਝ ਨਹੀਂ ਸਕੇਗਾ। ਉਹ ਕਹੇਗਾ ਮੈਂ ਸੁਖੀ ਹਾਂ, ਸਾਰੇ ਸੁਖੀ ਹਾਂ। ਉਹ ਆਪ ਭਾਵੇਂ ਮਹਿਲ ਵਿੱਚ ਰਹਿੰਦਾ ਹੋਵੇ, ਇੱਕ ਬੰਦਾ ਝੁੱਗੀ ਵਾਲਾ ਆਵੇ ਤਾਂ ਉਹ ਕਹੇਗਾ ਝੁੱਗੀ वाला, ओए ये बड़ा पागल बनाते हैं, ये लूट लेते हैं, इनको कुछ देना नहीं चाहिए, इनका नहीं कुछ करना चाहिए, इसको इसी में संतोख रखना चाहिए। ਅਸੀਂ ਸੰਤੋਖ ਉਹਦੇ ਤੇ ਕਰਨਾ ਸ਼ੁਰੂ ਕਰ ਦਿੰਦੇ ਹਾਂ, ਦਇਆ ਆਪਣੇ ਤੇ ਕਰਨੀ ਸ਼ੁਰੂ ਕਰ ਦਿੰਦੇ ਆ। ਰਾਦਰ ਹੈ ਦਇਆ ਦੂਜਿਆਂ ਤੇ ਕਰਨੀ ਚਾਹੀਦੀ ਹੈ, ਸੰਤੋਖ ਆਪਣੇ ਤੇ ਕਰਨਾ ਚਾਹੀਦਾ। ਉਹ ਉਲਟ ਗਿਆ। ਪਰ ਨਿੰਦਾ ਮੁਕਤੇ ਨਹੀਂ ਛੁੱਟੀ, ਨਿਫਲ ਭਈ ਸਭ ਸੇਵਾ। ਨਿਫਲ ਹੋ ਗਿਆ,
मतलब जो कुछ तू धार्मिक करदा है ना, ਉਹਦਾ फल कोई नहीं निकलिया। ਉਹਦਾ फल ना निकलन की निशानी अनस्टेबिलिटी, ਉਹਦਾ फल ना निकलन की निशानी दूजिਆਂ ਦੇ ਉੱਤੇ ਤੂੰ ਦੂਜਿਆਂ ਨੂੰ ਗਲਤ करार करेगा। ਉਹਦਾ फल ना मिलन की निशानी दूजिਆਂ ਦੀ ਤੂੰ निंदा करेगा, लैग पुलिंग करेगा। ਅਸੀਂ ਜੇ ਗੁਰਦੁਆਰੇ ਦਾ ਪ੍ਰਬੰਧ ਕਰਦੇ ਹਾਂ ਔਰ ਮੈਂ ਪ੍ਰਬੰਧਕ ਕਮੇਟੀ 'ਚ ਆ ਗਿਆ, ਦੂਜੇ ਧੜੇ ਨਾਲ ਮੇਰੀ ਬਣਦੀ ਨਹੀਂ। ਪਰ ਜੇ ਦੂਜੇ ਧੜੇ ਵਾਲਾ ਪ੍ਰਬੰਧਕ ਕਮੇਟੀ ਹੈ ਤਾਂ ਮੈਂ ਗੁਰਦੁਆਰੇ ਸਤਿਗੁਰ ਦੀ ਮੱਤ ਲੈਣ ਨਹੀਂ ਆਵਾਂਗਾ, ਉਹਨਾਂ ਦੇ ਅਵਗੁਣ ਕੱਢਣ ਆਵਾਂਗਾ। ਇਹਨਾਂ ਨੇ ਗੋਲਕ ਦਾ ਕੀ ਕੀਤਾ, ਇਹਨਾਂ ਨੇ ਕਿਹੜੀ ਬਿਲਡਿੰਗ ਬਣਾਈ, ਇਹਨਾਂ ਨੇ ਗੋਲਕ 'ਚੋਂ ਕਿਹੜੇ ਪੈਸੇ ਕਿੱਥੇ ਚੋਰੀ ਕਰ ਦਿੱਤੇ, ਇਹਨਾਂ ਨੇ ਫਿਕਸ ਡਿਪੋਜ਼ਿਟ ਸੀ ਉਹਦਾ ਕੀ ਕੀਤਾ, ਇਹਨਾਂ ਨੇ ਇਹ ਕਿਉਂ ਕੀਤਾ, ਉਹ ਕਿਉਂ ਕੀਤਾ। ਮੈਂ ਸਾਰੇ ਕੰਮ ਵਾਸਤੇ ਆਵਾਂਗਾ। ਇਹਦਾ ਮਤਲਬ ਮੈਂ ਆਇਆ ਸੇਵਾ ਕਰਨ ਸੀ, ਪਰ ਪ੍ਰਬੰਧ ਠੀਕ ਨਾ ਹੋਣ ਦੇ ਕਾਰਨ ਦੂਸਰਿਆਂ ਦਾ ਮੈਂ ਨੁਕਸ ਕੱਢਿਆ ਔਰ ਮੈਂ ਡਿਸਟਰਬ ਹੋ ਗਿਆ। ਅਨਪਾਵਨੀ ਭਗਤ ਨਹੀਂ ਉਪਜੀ। ਸਾਧ ਸੰਗਤ ਜੀ, ਸਾਡਾ ਘਰ ਚੰਗਾ ਭਲਾ ਚੱਲਦਾ ਹੁੰਦਾ ਹੈ। ਅਸੀਂ ਬਚਪਨ ਤੇ ਦੇਖਦੇ ਹਾਂ, ਮੇਰੀ ਮਾਂ ਮੇਰਾ ਪਿਤਾ ਦੋਨਾਂ ਨੇ ਘਰ ਦਾ ਪ੍ਰਬੰਧ ਕੀਤਾ, ਭੁੱਖਾਂ ਵੀ ਕੱਟ ਲਈਆਂ, ਕਦੇ ਫਿੱਕੇ ਫੁਲਕੇ ਉੱਤੇ ਪਿਆਜ਼ ਰੱਖ ਕੇ ਵੀ ਖਵਾ ਦਿੱਤਾ, ਕਦੇ ਬ੍ਰੈਡ ਖਵਾ ਕੇ ਸਵਾ ਦਿੱਤਾ, ਕਦੇ ਫੁਲਕੇ ਨਾਲ ਲੂਣ ਲਵਾ ਕੇ ਖਵਾ ਦਿੱਤਾ। ਘਰ ਚੱਲਦਾ ਰਿਹਾ। ਪਰ ਇੱਕ ਨੁਕਸ ਕੱਢਣ ਵਾਲੀ ਆ ਗਈ। ਹੁਣ ਉਹਨੇ ਪ੍ਰਬੰਧ ਵਿੱਚ ਨੁਕਸ ਕੱਢਿਆ। तुम्हारी माँ ये करती है, तुम्हारी माँ वो करती है, तुम्हारी माँ को ये नहीं आता, तुम्हारी माँ को वो नहीं आता। बस हुण सारा घर डिस्टर्ब होएगा। पर ये आदतां सारियां सानू ना पवन, इस कर कहंदे ने पेड़ है शो सेव तू सौ रड़े सुखवास, गुरमिल चज चार सिख तुद कदे ना लगे दुख। पर निंदा मुक्ते नहीं छूटी, निफल पई सब सेवा। तुसी जो मर्जी दुनिया भर दा काम कर लवो, जे लोकां विच नुक्स नज़र आते हैं और आप असी अपसैट होंदे हां ਤਾਂ ਉਹ ਕਰਨ ਦਾ ਕੁਝ ਫਾਇਦਾ ਨਹੀਂ ਹੈ। ਉਹਨੂੰ ਕਹਿੰਦੇ ਨੇ ਚੱਲੇ ਜਵਾਰੀ ਦੋਏ ਹੱਥ ਝਾੜ। ਐਟ ਦਾ ਐਂਡ ਆਫ ਦਾ ਡੇ, ਐਟ ਦਾ ਐਂਡ ਆਫ ਦਾ ਲਾਈਫ, ਯੂ ਆਰ ਅਪਸੈਟ, ਯੂ ਆਰ ਨਾਟ ਹੈਪੀ, ਯੂ ਆਰ ਨਾਟ ਇਨ ਦਾ ਸਟੇਟ ਆਫ ਮਾਈਂਡ ਜਿਸ ਨੂੰ ਵਿਕਾਸ ਕਹਿੰਦੇ ਨੇ, ਖੇੜਾ ਕਹਿੰਦੇ ਨੇ। ਜੋ ਕੁਝ ਕਰਕੇ ਆਪਣੇ ਆਪ ਨੂੰ ਵਿਕਾਸ ਖੇੜਾ ਆਵੇ। ਸਾਧ ਸੰਗਤ ਜੀ, ਮੇਰੇ ਨਾਲ ਇਸ ਤਰ੍ਹਾਂ ਕਈ ਵਾਰੀ ਵਾਪਰ ਜਾਂਦੀ ਹੈ। ਕਈ ਵਾਰੀ ਮੈਨੂੰ ਦੱਸਦੇ ਨੇ ਅੱਜ ਨਾ ਉਹ ਵਾਲਾ ਲਾਊਡ ਸਪੀਕਰ ਨਹੀਂ ਲਿਆ ਸਕੇ। ਕਈ ਵਾਰੀ ਇੰਝ ਹੁੰਦਾ ਵੀਰ ਜੀ ਅੱਜ ਆਵਾਜ਼ਾਂ ਨਹੀਂ ਆਇਆ। ਕਈ ਵਾਰੀ ਇੰਝ ਹੁੰਦਾ ਵੀਰ ਜੀ ਤੇਜ ਵੀ ਲੇਟ ਹੋ ਗਿਆ। ਕਈ ਵਾਰੀ ਇੰਝ ਹੁੰਦਾ ਵੀਰ ਜੀ ਅਭੀ ਸੰਗਤ नहीं आई है। कई बार इंज होता वीर जी अभी ना वो दिलरुबा लेके आ रहा है, प्रबंधक कह रहे होंगे ने टाइम पे शुरू करो, संगत कह रही होंगे टाइम पे शुरू करो। कई बार मेरी कोई गलती होती है, मैं किसी उत्ते ब्लेम नहीं लगा रहा, लेकिन जो उस वेले मैं अपना विकास, अपना खेड़ा, अपना बैलेंस जे छड़ जावां तां स्टेज ते शब्द दी विचार नहीं हो सकती। लेकिन कि मैं अपनी स्टेबिलिटी नूं स्टेज दी विचार तक महदूद रखां या मैनूं 24 आवर्स अपने आप नूं संभाल के रखना है। बस असी सारियां ने 24 आवर्स 7 डेज सारी जिंदगी किस तरह दूसरियां दे फेंके हुए छिलकियां ते तिलकना नहीं है। इस अवस्था नूं प्राप्त करना है, अनपावनी भगत पैदा हो जाएगी, वरना ये नहीं होएगी। वरना कोई पुट्ठी सीधी कहानी ते टुरदे रवांगे। कहते ने बाट पार घर मूस बिरानो पेट भरे अपराधी। मैं अपने मन नूं अपराधी बनाया होया। किस तरह मैं पेट भरदा, मैं दूजियां दे घरां विचकार पौड़ी लगा के उतर जांदा हां। दूजियां दे घर इंज जे पौड़ी लगा के जाओ ना, लोग चोर कह देंगे, पुलिस नूं बुला लैणगे, पर मैं थॉट प्रोसैस दूजियां दे घर, दूजियां दे अवगुण तकदे रहना, दूजियां दे घर झाकदे रहना, इन्हां दे घर कौन आया कौन गया, दूजियां दे घर दी पक्की लभ लैना। कई जगह लोग कहते ने तो उन्हां दे घर 15 दिन हो गए उन्हां दा जवाई आके बैठा है, हाए ये त्यौहार वेले घीआ ही खांदे ने, इस तरीके लोग ना दूजे दे घर अंदर झांक लैंदे ने, पता नहीं किस तरह झांक लैंदे ने, दूजियां दी गल करदे ने। ये सस बड़ी कपत्ती है, पर पता नहीं इहदी नूंह दी इहदे नाल किवें बनदी पई है। देखना उन्हें साल बाद भांडे खड़कणगे, दूजियां दे घर अंदर झांकना,
ਪਰ ਸਾਧ ਸੰਗਤ ਜੀ ਦੂਜਿਆਂ ਦੇ ਘਰ ਦੇ ਅੰਦਰ ਝਾਂਕਣ ਦੀ ਨਾ ਇੱਕ ਹੋਰ ਵੀ ਮੈਨੂੰ ਆਈਡੀਆ ਸਮਝ ਆ ਰਿਹਾ ਕਿ ਜਦੋਂ ਮੈਂ ਕਹਾਂ ਉਹ ਜਾ ਤੇਰੇ ਦਿਲ ਦੀ ਮੈਂ ਜਾਣਦਾ, ਉਹਦਾ ਕਾਰਨ ਕੁਛ ਵੀ ਹੋ ਸਕਦਾ ਹੈ। ਮੈਂ ਅੰਤਰਜਾਮੀ ਤੇ ਨਹੀਂ ਹਾਂ, ਲੇਕਿਨ ਮੈਂ ਆਪਣੇ ਆਪ ਨੂੰ ਅੰਤਰਜਾਮੀ ਕਰਾਰ ਕਰਾਂ, ਜਾ ਤੇਰੇ ਦਿਲ ਦੀ ਤੇ ਮੈਂ ਜਾਣਦਾ ਹਾਂ। ਜਦੋਂ ਅਸੀਂ ਕਿਸੇ ਦੇ ਦਿਲ ਦੀ ਜਾਣਨ ਲੱਗਦੇ ਹਾਂ ਨਾ, ਔਰ ਫਿਰ ਉਸ ਨੂੰ ਝੂਠਾ ਕਰਾਰ ਕਰਦੇ ਹਾਂ, ਔਰ ਫਿਰ ਉਹਦੀ ਨਿੰਦਾ ਕਰਦੇ ਹਾਂ, ਔਰ ਫਿਰ ਆਪਣੇ ਆਪ ਨੂੰ ਮਿਸਟਰ ਰਾਈਟ ਜਾਂ ਮਿਸਿਸ ਰਾਈਟ ਕਰਾਰ ਕਰਦੇ ਹਾਂ ਨਾ, ਇਹ ਵੀ ਦੂਜਿਆਂ ਦੇ ਘਰ ਦੇ ਅੰਦਰ, ਹਿਰਦੇ ਦੇ ਅੰਦਰ ਪੌੜੀ ਲਾ ਕੇ ਉਤਰਨਾ, ਉਹਦੀ ਇੰਟੈਂਸ਼ਨਸ ਨੂੰ ਨਿੰਦਾ ਕਰਨੀ ਔਰ ਉਸ ਨੂੰ ਘਟੀਆ ਬਿਆਨ ਕਰਨਾ ਔਰ ਚੋਰੀ ਕਰਨਾ ਕਹਿਲਾਂਦਾ ਹੈ। ਇਹਦੇ ਨਾਲ ਜਮ ਰੂਪੀ ਬਿਰਤੀ ਵਾਲਾ ਅਸੀਂ ਖਜ਼ਾਨਾ ਲੁੱਟ ਕੇ ਲਿਆਂਦੇ ਹਾਂ ਔਰ ਉਹਨੂੰ ਕਹਿੰਦੇ ਨੇ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਤਦਾਰਾ ਪਿਆਨ ਲੁਟਾਵੇ। ਪਰ ਧਨ ਹੁੰਦਾ ਹੈ ਮਨ ਭੈੜੇ ਖਿਆਲ ਦਿੰਦਾ ਹੈ ਔਰ ਅਸੀਂ ਚਾਰੋਂ ਪਾਸੇ ਭੈੜੇ ਖਿਆਲ ਲੈ ਕੇ ਲੁੱਟ ਕੇ ਆਪਣੇ ਅੰਦਰ ਪਾ ਲੈਂਦੇ ਹਾਂ। ਸੁਤਦਾਰਾ ਪਿਆਨ ਲੁਟਾਵੇ, ਆਪਣੇ ਇੰਦਰੀ ਗਿਆਨ ਇੰਦਰੀ ਸੁਰਤ ਮਤ ਬੁੱਧ ਨੂੰ ਸੁਤਦਾਰਾ ਕਹਿੰਦੇ ਨੇ। ਇਹਨਾਂ ਸਾਰਿਆਂ ਨੂੰ ਲਿਆ ਕੇ ਦੇ ਦਿੰਦਾ ਹੈ, ਸਾਰਾ ਆਪਣਾ ਆਪਾ ਡਿਸਟਰਬ ਕਰ ਲੈਂਦਾ ਹੈ। ਬਾਟ ਪਾਰ ਕਰ ਮੂਸ ਬਿਰਾਨੋ ਪੇਟ ਭਰੇ ਅਪਰਾਧੀ, ਇਹ ਇਸ ਤਰੀਕੇ ਦੇ ਨਾਲ ਰਜਦਾ ਨਹੀਂ ਹੈ। ਜੈ ਪਰਲੋਕ ਜਾਏ ਅਪਕੀਰਤ, ਦੁਨੀਆ ਪਰਲੋਕ ਮਰਨ ਤੋਂ ਬਾਅਦ ਸਮਝਦੀ ਸੀ। ਇਸ ਸ਼ਬਦ ਵਿੱਚ ਕਹਿ ਰਹੇ ਨੇ ਪਰਲੋਕ ਦਾ ਮਤਲਬ ਹੁੰਦਾ ਹੈ ਆਪਣੇ ਅੰਦਰ ਦੀ ਸੋਚ। ਜਿਸ ਦਾ ਪਰਲੋਕ ਚੰਗਾ ਹੈ ਨਾ, ਉਹਦਾ ਬਾਹਰਲਾ ਲੋਕ ਠੀਕ ਹੋ ਜਾਂਦਾ ਹੈ। ਜੇ ਲੋਕ ਨੂੰ ਸੁਖੀ ਕਰਨਾ ਹੈ ਤਾਂ ਪਹਿਲਾਂ ਪਰਲੋਕ ਨੂੰ ਸੁਹੇਲਾ ਕਰਨਾ ਪਏਗਾ। ਜੇ ਬਾਹਰੋਂ ਠੀਕ ਹੋਣਾ ਹੈ ਤਾਂ ਅੰਦਰੋਂ ਠੀਕ ਹੋਣਾ ਪਏਗਾ। ਅੰਦਰ ਵਾਲੀ ਬਾਹਰ ਵਾਲੀ ਨੂੰ ਕਹਿੰਦੇ ਹਲਤ ਪਲਤ, ਅੰਦਰ ਔਰ ਬਾਹਰ ਵਾਲੀ ਨੂੰ ਕਹਿੰਦੇ ਨੇ ਈਆਂ ਊਆਂ, ਅੰਦਰ ਬਾਹਰ ਨੂੰ ਕਹਿੰਦੇ ਨੇ ਲੋਕ ਪਰਲੋਕ। ਅੰਦਰ ਦੀ ਅਵਸਥਾ ਨੂੰ ਪਹਿਲਾਂ ਠੀਕ ਕਰਨਾ ਪੈਂਦਾ। ਆਮ ਕਹਾਵਤ ਹੈ ਜੋ ਅੰਦਰ ਸੇ ਫਿੱਟ ਉਹ ਬਾਹਰ ਵੀ ਫਿੱਟ, ਲੇਕਿਨ ਜੋ ਅੰਦਰ ਸੇ ਫਿੱਟਿਆ ਉਹ ਬਾਹਰੋਂ ਵੀ ਫਿੱਟਿਆ। ਸੋ ਬਾਹਰੋਂ ਫਿੱਟੇ ਐਕਸ਼ਨ ਨਾ ਦੇਖੋ, ਲੱਭਣਾ ਹੈ ਅੰਦਰੋਂ ਮੈਂ ਫਿੱਟਿਆ ਕਿ ਨਹੀਂ ਫਿੱਟਿਆ। ਬਾਹਰਲੇ ਐਕਸ਼ਨ ਡਜ਼ਨਟ ਮੈਟਰ। ਹਿੰਸਾ ਤੋਂ ਮਨ ਤੇ ਨਹੀਂ ਛੂਟੀ, ਜੈ ਪਰਲੋਕ ਜਾਏ ਅਪਕੀਰਤ, ਸੋਈ ਅਵਿਦਿਆ ਸਾਦੀ। ਮੈਂ ਇਹ ਵਾਲੀ ਅਵਿਦਿਆ ਦੇ ਨਾਲ ਜੀਣਾ ਸ਼ੁਰੂ ਕਰ ਦਿੱਤਾ, ਇਹਦਾ ਆਧਾਰ ਬਣਾ ਲਿਆ, ਇਹਦੀ ਸਾਧਨਾ ਕਰਨੀ ਸ਼ੁਰੂ ਕਰ ਦਿੱਤੀ ਔਰ ਮੈਂ ਅਪਸੈਟ ਹੋ ਗਿਆ। ਅਨਪਾਵਨੀ ਭਗਤ ਨਹੀਂ ਹੋਈ। ਹਿੰਸਾ ਤੋਂ ਮਨ ਤੇ ਨਹੀਂ ਛੁੱਟੀ, ਹੁਣ ਮੈਂ ਹਿੰਸਾ ਕਰਾਂਗਾ। ਹਿੰਸਾ ਮੀਨਸ ਦੂਸਰਿਆਂ ਨੂੰ ਝੂਠਾ ਠਹਿਰਾਣਾ, ਦੂਸਰੇ ਦੀ ਨਿੰਦਾ ਕਰਨਾ, ਦੂਸਰਿਆਂ ਦਾ ਭੋਜਨ, ਦੂਸਰਿਆਂ ਦੀ ਮੱਤ, ਦੂਸਰਿਆਂ ਦਾ ਖੂਨ ਚੂਸਣਾ, ਇਹ ਸਾਰੀ ਹਿੰਸਾ ਕਹਿਲਾਉਂਦੀ ਹੈ। ਅਵਗੁਣ ਕੱਢਦੇ ਰਹਿਣਾ, ਅਵਗੁਣਾਂ ਵਾਲਾ ਜੀਵਨ ਜੀਣਾ, ਹਰਾਮ ਦਾ ਖਾਣਾ ਖਾਣਾ, ਉਹਨੂੰ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਆਮਾ ਤਾ ਭਰੇ ਜਾ ਮੁਰਦਾਰ ਨਾ ਖਾਏ। ਦੂਸਰਿਆਂ ਦਾ ਖੂਨ ਚੂਸਣਾ ਹਿੰਸਾ। ਹਿੰਸਾ ਤੋਂ ਮਨ ਤੇ ਨਹੀਂ ਛੂਟੀ, ਜੀ ਦਇਆ ਨਹੀਂ ਪਾਲੀ, ਆਪਣੇ ਮਨ ਰੂਪੀ ਜੀ ਤੇ ਦਇਆ ਨਹੀਂ ਕੀਤੀ। ਜਿਹੜਾ ਆਪਣੇ ਤੇ ਦਇਆ ਨਹੀਂ ਨਾ ਕਰਦਾ ਉਹ ਦੂਜਿਆਂ ਤੇ ਦਇਆ ਨਹੀਂ ਕਰ ਸਕਦਾ। ਪਰਮਾਨੰਦ ਸਾਧ ਸੰਗਤ ਮਿਲ, ਸੱਚ ਦੀ ਸੰਗਤ ਮਿਲ ਕੇ ਕਥਾ ਪੁਨੀਤ ਨਾ ਚਾਲੀ, ਤੇਰੀ ਪਵਿੱਤਰਤਾ ਦੀ ਕਥਾ ਸ਼ੁਰੂ ਨਹੀਂ ਹੋਈ। ਸਾਧ ਸੰਗਤ ਨੂੰ ਕੰਡੈਮ ਨਹੀਂ ਕਰ ਰਹੇ ਨੇ, ਕਹਿ ਰਹੇ ਨੇ ਤੇਰੀ ਜੇ ਕਥਾ ਸ਼ੁਰੂ ਨਹੀਂ ਹੋਈ ਤਾਂ ਤੈਨੂੰ ਸਾਧ ਸੰਗ ਦਾ ਫਾਇਦਾ ਨਹੀਂ ਹੋਇਆ। ਸਾਧ ਸੰਗ ਕਰਨ ਦਾ ਮਤਲਬ ਕੀ ਹੈ? ਤੇਰੀ ਸਟੈਬਿਲਿਟੀ ਵਾਲੀ, ਪਵਿੱਤਰਤਾ ਵਾਲੀ ਕਥਾ, ਜੀਵਨ ਦੀ ਸ਼ੈਲੀ, ਸੁਭਾਅ ਸ਼ੁਰੂ ਹੋ ਜਾਣਾ ਚਾਹੀਦਾ ਹੈ। ਇਸ ਕਰਕੇ ਇਸ ਤੋਂ ਬਾਅਦ ਜਿੱਥੇ ਇਹ ਸ਼ਬਦ ਸਮਾਪਤ ਹੋਇਆ, ਸੂਰਦਾਸ ਜੀ ਨੇ ਕਿਹਾ ਛਾੜ ਮਨ ਹਰ ਬਿਮੁਖਨ ਕੋ ਸੰਗ। ਇਸ ਤੋਂ ਬਾਅਦ ਸੂਰਦਾਸ ਜੀ ਕਹਿੰਦੇ ਨੇ ਜਿਹੜੇ ਰੱਬ ਨਾਲ ਜੁੜ ਜਾਂਦੇ ਨੇ ਉਹਨੂੰ ਕਹਿੰਦੇ ਨੇ ਹਰ ਕੇ ਸੰਗ ਬਸੇ ਹਰ ਲੋਕ, ਹਰ ਕੇ ਸੰਗ ਬਸੇ ਹਰ ਲੋਕ, ਤਨ ਮਨ ਅਰਪ ਸਰਬ ਸਭ ਅਰਪਿਓ, ਤਨ ਮਨ ਅਰਪ ਸਰਬ ਸਭ ਅਰਪਿਓ, ਆਨੰਦ ਸਹਿਜ ਤੁਨ ਚੋਕ,
आनंद सहज पुर चोक, हार के संग बसे हर लोक। जो इंसान प्योरिटी ਵੱਲ ਤੁਰਨਾ ਸ਼ੁਰੂ ਕਰਦਾ ਹੈ, ਖਾਲਸ ਹੁੰਦਾ ਜਾਂਦਾ ਹੈ, ਉਹ ਰੱਬੀ ਗੁਣਾਂ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦਾ ਹੈ। ਉਹ ਅੰਦਰ ਦੇ ਹਰ ਜੀ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦਾ ਹੈ। ਅੰਦਰ ਰੱਬ ਜੀ ਰਹਿੰਦੇ ਨੇ। ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਏ ਸਮਾਨਾ। ਉਹਨੂੰ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਾਰੀ ਹੋਏ। ਸਾਡਾ ਮਨ ਹਰ ਬਣ ਜਾਂਦਾ ਹੈ, ਸਾਡਾ ਮਨ ਹਰ ਜਨ ਬਣ ਜਾਂਦਾ ਹੈ। ਸਾਡਾ ਮਨ ਜਦੋਂ ਹਰ ਜਨ ਬਣ ਜਾਂਦਾ ਹੈ, ਇਹਨੂੰ ਹਰ ਪ੍ਰਭ ਕਹਿੰਦੇ ਨੇ। ਮਨ ਪ੍ਰਭ ਬਣ ਜਾਂਦਾ ਹੈ। ਮਨ ਇਸ ਸਰੀਰ ਦਾ ਸੁਆਮੀ ਬਣ ਜਾਂਦਾ ਹੈ। ਮਨ ਇਸ ਸਰੀਰ ਦਾ ਖਸਮ ਬਣ ਜਾਂਦਾ ਹੈ। ਮਨ ਇਸ ਸਰੀਰ ਦਾ ਮਾਲਕ ਬਣ ਜਾਂਦਾ ਹੈ। ਮਨ ਇਸ ਸਰੀਰ ਦਾ ਪਰਮੇਸ਼ਰ ਬਣ ਜਾਂਦਾ ਹੈ। ਮਨ ਇਸ ਸਰੀਰ ਦਾ ਦਾਤਾ ਬਣ ਜਾਂਦਾ ਹੈ। ਕਦੋਂ? ਜਦੋਂ ਅਵਗੁਣਾਂ ਨਾਲ ਨਹੀਂ ਰਹਿੰਦਾ ਔਰ ਨਿਜ ਘਰ ਅੰਦਰ ਵਸਦੇ ਰੱਬ ਜੀ ਦੇ ਗੁਣ ਲੈ ਕੇ ਉਹਨਾਂ ਵਰਗਾ ਪਿਓਰ ਹੋ ਜਾਂਦਾ, ਸਟੇਬਲ ਜਦੋਂ ਹੋ ਜਾਂਦਾ ਹੈ। ਤਨ ਮਨ ਅਰਪ ਸਰਬਸ ਸਭ ਅਰਪਿਓ, ਅਨੰਦ ਸਹਿਜ ਧੁਨ ਚੋਕ। ਉਹ ਦਿਨ ਰਾਤ ਸੱਚ ਦੇ ਨਾਲ ਜੁੜਿਆ ਰਹਿੰਦਾ। ਦਰਸ਼ਨ ਪੇਖ ਭਏ ਨਿਰਭਿਖਈ। ਉਹ ਵਿਖਿਆ ਛੱਡ ਦਿੰਦਾ। ਪਾਏ ਹੈ ਸਗਲੇ ਥੋਕ। ਉਹਨੂੰ ਸਾਰੇ ਥੋਕ ਮੀਨਸ ਚੈਨ ਪ੍ਰਾਪਤ ਹੋ ਜਾਂਦਾ। ਆਨ ਬਸਿਓ ਕਾਜ ਨ ਕਛੂ ਹੈ, ਸੁੰਦਰ ਬਦਨ ਅਲੋਕ। ਉਹ ਚੰਗੇ ਗੁਣਾਂ ਵਾਲੇ ਰੱਬ ਨੂੰ ਦੇਖ ਲੈਂਦਾ ਔਰ ਅਵਗੁਣਾਂ ਦਾ ਸਾਥ ਛੱਡ ਦਿੰਦਾ ਹੈ। ਸ਼ਿਆਮ ਸੁੰਦਰ ਤਜ ਆਨ ਜੋ ਚਾਹਤ। ਜੋ ਰੱਬ ਨੂੰ ਛੋੜ ਕੇ ਅਵਗੁਣਾਂ ਦਾ ਸੰਗ ਕਰਦੇ ਨੇ, ਜਿਉਂ ਕੁਸ਼ਟੀ ਤਨ ਜੋਕ। ਉਹ ਇੰਝ ਹੈ ਵਿਸ਼ਟਾ ਕੇ ਕੀੜੇ ਵਾਲਾ ਜੀਵਨ, ਜਿਸ ਤਰ੍ਹਾਂ ਕੋਈ ਕੋੜੀ ਹੋਵੇ ਔਰ ਉਸ ਕੋੜੀ ਦੇ ਬਦਨ ਤੋਂ ਥਾਂ ਥਾਂ ਤੋਂ ਪਸ ਔਰ ਖੂਨ ਨਿਕਲ ਰਿਹਾ ਹੋਵੇ ਔਰ ਕੋਈ ਉਸ ਨੂੰ ਚੂਸ ਰਿਹਾ ਹੋਵੇ। ਕੌਣ ਚੂਸਦਾ ਹੈ? ਜੋਕ, ਲੀਚ ਕਹਿੰਦੇ ਨੇ ਇੰਗਲਿਸ਼ ਵਿੱਚ। ਇਸ ਤਰ੍ਹਾਂ ਉਹ ਅਵਗੁਣਾਂ ਵਾਲਾ, ਕੁਸ਼ਟੀ ਵਾਲਾ, ਖੂਨ ਚੂਸਣ ਵਾਲਾ, ਵਿਸ਼ਟਾ ਕੇ ਕੀੜੇ ਵਾਲਾ ਜੀਵਨ ਬਣਾ ਲੈਂਦਾ ਹੈ। ਸੂਰਦਾਸ ਮਨ ਪ੍ਰਭ ਹੱਥ ਲੀਨੋ, ਦੀਨੋ ਏ ਪਰਲੋਕ। ਅੰਦਰ ਦਾ ਉਸ ਨੂੰ ਪਰਲੋਕ ਪ੍ਰਾਪਤ ਹੋ ਜਾਂਦਾ ਹੈ। ਮਨ ਪ੍ਰਭ ਬਣ ਗਿਆ। ਮਨ ਨੇ ਮਨ ਜੀਤੇ ਜਗਜੀਤ ਇਸ ਸਾਰੇ ਸਰੀਰ ਨੂੰ ਸੰਭਾਲ ਲਿਆ। ਭੁੱਖੇ ਮਨ ਨੂੰ ਦਾਨ ਦੇਣਾ ਸੀ, ਉਹ ਨਹੀਂ ਦਿੱਤਾ। ਧਰਮ ਦੀ ਗੱਲ ਸੁਣਾਣੀ ਸੀ, ਉਹ ਸੁਣਾਈ, ਪਰ ਮਨ ਰਜਿਆ ਨਹੀਂ। ਇਸ ਕਰਕੇ ਅੱਜ ਦੇ ਸਾਰੇ ਟੌਪਿਕ ਵਿੱਚ ਸਾਨੂੰ ਖਾਲਸ ਬਣਾਉਣ ਵਾਸਤੇ ਮਿਹਨਤ ਕੀਤੀ ਗਈ। ਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ।